ਧੰਨ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਜੀ। ਸਰਵੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਜੋ ਹਮ ਬਾਂਧੇ ਮੋਹ ਫਾਸ, ਹਮ प्रेम बंधन तुम बांधे। अपने छूटन को जतन करहो, हम छूटे तुम आराधे। माधवे जानत हो जैसी तैसी, अब कहाँ करहोगे ऐसी। रहाओ मीन पकर फांक्यो अर काट्यो, रांद कियो बहुबानी। खंड खंड कर भोजन कीनो, तौ न विसरियो पानी। आपन बापै नाही किसी को, भावन को हर राजा। मोह पटल सब जगत व्याप्यो, भगत नहीं संतापा। कह रविदास भगत एक बाडी, अब यह का स्यों कहिए। जा कारण हम तुम आराधे, सो दुख अजहो सहिए। कह रविदास भगत एक बाडी, अब यह का स्यों कहिए। जा कारण हम तुम आराधे, सो दुख अजहो सहिए। परम सन्मानयोग ਚਵਰ ਛਤਰ ਤਗਤ ਦੇ ਮਾਲਕ, ਦਸਾਂ ਹੀ ਪਾਤ ਸਾਹੀਆਂ ਦੀ ਆਤਮਿਕ ਜੋਤ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਪਾਵਨ ਹਜ਼ੂਰੀ ਅੰਦਰ ਸੁਭਾਏਮਾਨ, ਅਤੀ ਸਤਿਕਾਰਯੋਗ ਸਤ ਸੰਗੀ ਜਨੋ। ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਦਬ ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਅਕਾਲ ਪੁਰਖ ਪਰਮਾਤਮਾ ਜੀ ਨੇ ਸਾਡੇ ਤੇ ਬੜੀ ਹੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਤਾਂ ਜੋ ਸਾਨੂੰ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ। ਸੋ ਕੱਲ੍ਹ ਆਪਾਂ ਨੇ ਰਲ ਮਿਲ ਕੇ ਭਗਤ ਬਾਬਾ ਰਵਿਦਾਸ ਜੀ ਮਹਾਰਾਜ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਨੂੰ ਬੜੇ ਹੀ ਵਿਸਤਾਰ ਦੇ ਵਿੱਚ ਵਿਚਾਰਨ ਦਾ ਯਤਨ ਕੀਤਾ ਸੀ। ਜਿਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਗਤ ਜੀ ਜੀਵਾਂ ਦੇ ਅੰਦਰ ਪਏ ਹੋਏ ਭਰਮ ਭੁਲੇਖਿਆਂ ਦਾ ਜ਼ਿਕਰ ਕਰਦੇ ਹੈ। ਕਹਿੰਦੇ ਹੈ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕੱਲ੍ਹ ਵੀ ਮੈਂ ਆਪ ਜੀ ਦੇ ਨਾਲ ਇੱਕ ਨੁਕਤਾ ਸਾਂਝਾ ਕੀਤਾ ਸੀ ਕਿ ਜਦੋਂ ਅਸੀਂ ਭਗਤ ਸਾਹਿਬਾਨਾਂ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ, ਪਰਮਾਤਮਾ ਦੀ ਪ੍ਰੀਤ ਵਿੱਚ ਭਿੱਜ ਕੇ ਪਰਮਾਤਮਾ ਨੂੰ ਅਨੇਕਾਂ ਨਾਮਾਂ ਦੇ ਨਾਲ ਸੰਬੋਧਨ ਕੀਤਾ ਹੈ। ਕਈ ਭਗਤਾਂ ਨੇ ਪਰਮਾਤਮਾ ਲਈ ਠਾਕੁਰ ਸ਼ਬਦ ਵਰਤਿਆ, ਕਈ ਭਗਤਾਂ ਨੇ ਪਰਮਾਤਮਾ ਲਈ ਰਹੀਮ ਸ਼ਬਦ ਵਰਤਿਆ, ਕਈ ਭਗਤਾਂ ਨੇ ਪਰਮਾਤਮਾ ਲਈ ਬੀਠਲ ਸ਼ਬਦ ਵਰਤਿਆ। ਇਸੇ ਤਰ੍ਹਾਂ ਭਗਤ ਬਾਬਾ ਰਵਿਦਾਸ ਜੀ ਪਰਮਾਤਮਾ ਲਈ ਮਾਧੋ ਜਾਂ ਮਾਧਵ ਸ਼ਬਦ ਵਰਤਦੇ ਆ। ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਭਗਤ ਬਾਬਾ ਰਵਿਦਾਸ ਜੀ ਨੂੰ ਮਾਧੋ ਸ਼ਬਦ ਬੜਾ ਪਿਆਰਾ ਲੱਗਦਾ ਹੈ, ਤਾਂ ਕਰਕੇ ਉਹਨਾਂ ਨੇ ਆਪਣੀ ਬਾਣੀ ਵਿੱਚ ਥਾਂ ਥਾਂ 'ਤੇ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਮਾਧੋ ਜਾਂ ਮਾਧਵ ਸ਼ਬਦ ਦੀ ਵਰਤੋਂ ਕੀਤੀ ਹੈ। ਖੈਰ, ਭਗਤ ਜੀ ਕਹਿੰਦੇ, ਮਾਧਵੇ ਕਿਆ ਕਹੀਏ ਭਰਮ ਐਸਾ। ਕਿਆ ਕਹੀਏ ਦਾ ਭਾਵ ਹੈ ਜਿਹੜਾ ਸਾਡੇ ਜੀਵਾਂ ਦੇ ਅੰਦਰ ਭਰਮ ਹੈ ਨਾ। ਭਰਮ ਕੀ ਹੈ? ਵੀ ਜੀਵ ਇਹ ਮੰਨ ਕੇ ਬੈਠੇ ਹੈ ਕਿ ਸ਼ਾਇਦ ਪਰਮਾਤਮਾ ਦੇ ਨਾਲੋਂ ਸਾਡੀ ਕੋਈ ਵੱਖਰੀ ਹਸਤੀ ਹੈ, ਸ਼ਾਇਦ ਆਹ ਜਿਹੜਾ ਦਿਸਦਾ ਸੰਸਾਰ ਹੈ ਇਹ ਪਰਮਾਤਮਾ ਦੇ ਨਾਲੋਂ ਅਲੱਗ ਹੈ ਅਤੇ ਪਰਮਾਤਮਾ ਵੱਖਰਾ ਹੋ ਕੇ ਬੈਠਾ ਹੈ। ਪਰ ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ, ਗੁਰਮੁਖੋ, ਪਰਿਪੂਰਨ ਪਰਮਾਤਮਾ ਨੇ ਜੇ ਸੰਸਾਰ ਦੀ ਸਿਰਜਣਾ ਕੀਤੀ ਹੈ ਨਾ, ਤਾਂ ਇਸ ਪੈਦਾ ਕੀਤੇ ਹੋਏ ਸੰਸਾਰ ਦੇ ਵਿੱਚ ਉਹ ਨਿਰੰਕਾਰ ਪਰਮਾਤਮਾ ਆਪ ਬੈਠਾ ਹੋਇਆ ਹੈ। ਪਰ ਭਗਤ ਜੀ ਕਹਿੰਦੇ ਜੀਵਾਂ ਦੇ ਅੰਦਰ ਇਹ ਭਰਮ ਪੈ ਗਿਆ ਕਿ ਸ਼ਾਇਦ ਸਾਡੀ ਪਰਮਾਤਮਾ ਦੇ ਨਾਲੋਂ ਕੋਈ ਵੱਖਰੀ ਹਸਤੀ ਹੈ। ਤਾਂ ਕਰਕੇ ਭਗਤ ਜੀ ਕਹਿੰਦੇ, ਜੈਸਾ ਮਾਨੀਐ ਹੋਏ ਨਾ ਤੈਸਾ। ਭਾਵ ਜੋ ਜੀਵ ਅਸੀਂ ਇਹ ਮੰਨ ਕੇ ਬੈਠੇ ਹੋਏ ਹਾਂ ਨਾ ਵੀ ਸ਼ਾਇਦ ਸਾਡੀ ਪਰਮਾਤਮਾ ਦੇ ਨਾਲੋਂ ਕੋਈ ਵੱਖਰੀ ਹਸਤੀ ਹੈ, ਪਰ ਭਗਤ ਜੀ ਕਹਿੰਦੇ ਅਸਲੀਅਤ ਇਹ ਨਹੀਂ ਹੈ। ਅਸਲ ਵਿੱਚ ਉਹ ਮਾਲਕ ਪਰਮਾਤਮਾ ਹੀ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਜਦੋਂ ਅਸੀਂ ਬਾਣੀ ਵਿੱਚ ਇਹ ਪਾਵਨ ਸ਼ਬਦ ਪੜ੍ਹਦੇ ਹਾਂ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਦਾ ਅਰਥ ਹੁੰਦਾ ਸਰੀਰ। ਹਰ ਇੱਕ ਸਰੀਰ ਦੇ ਅੰਦਰ, ਹਰ ਇੱਕ ਹਿਰਦੇ ਦੇ ਅੰਦਰ ਉਹ ਪਰਮਾਤਮਾ ਨੇ ਆਪਣੀ ਹੀ ਜੋਤ ਟਿਕਾਈ ਹੋਈ ਹੈ। ਅੱਜ ਭਗਤ ਬਾਬਾ ਰਵਿਦਾਸ ਜੀ ਕਹਿੰਦੇ, ਸਰਬੈ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਸਰਬੇ ਦਾ ਅਰਥ ਹੁੰਦਾ ਸਾਰੀਆਂ ਜੀਵਾਂ ਦੇ ਵਿੱਚ ਉਹ ਮਾਲਕ ਪਰਮਾਤਮਾ, ਇੱਕ ਪਰਮਾਤਮਾ ਅਨੇਕਾਂ ਰੂਪ ਬਣਾ ਕੇ ਬੈਠਾ ਹੋਇਆ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ। ਭਾਵ ਉਹ ਮਾਲਕ ਪਰਮਾਤਮਾ ਪਹਿਲਾਂ ਇੱਕ ਸੀ, ਉਸ ਮਾਲਕ ਪਰਮਾਤਮਾ ਨੇ ਅਨੇਕਾਂ ਤਰੀਕਿਆਂ ਦੇ ਨਾਲ ਆਪਣੇ ਆਪ ਦਾ ਪਸਾਰਾ ਕੀਤਾ ਹੈ, ਆਪਣੇ ਆਪ ਨੂੰ ਖਿਲਾਰਿਆ ਹੈ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਤੇ ਭਗਤ ਜੀ ਕਹਿੰਦੇ, ਸਰਬੈ ਏਕ ਅਨੇਕੈ ਸੁਆਮੀ। ਭਾਈ ਉਹ ਖਸਮ ਮਾਲਕ ਪਰਮਾਤਮਾ ਜਿਹੜਾ ਹੈ ਉਹ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿੱਚ ਆਪ ਹੀ ਬੈਠਾ ਹੋਇਆ ਹੈ।
ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚਿੰਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਬਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਸਤਿਗੁਰੂ ਜੀ ਨੇ ਆਖਿਆ ਕੀੜੀ ਤੋਂ ਲੈ ਕੇ ਹਾਥੀ ਤੱਕ ਉਹ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ। ਸਾਰਿਆਂ ਦੇ ਅੰਦਰ ਪਰਮਾਤਮਾ ਆਪ ਹੀ ਬੈਠਾ ਹੋਇਆ ਹੈ। ਤਾਂ ਹੀ ਤੇ ਆਪਾਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਆਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਇਹ ਸਮਝ ਉਦੋਂ ਪੈਂਦੀ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ। ਹੁਣ ਭਗਤ ਜੀ ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈ ਉਹ ਅਨੇਕਾਂ ਰੂਪ ਬਣਾ ਕੇ ਸੰਸਾਰ ਦੇ ਅੰਦਰ ਬੈਠਾ ਹੋਇਆ ਹੈ। ਹਰ ਇੱਕ ਜੀਵ ਦੇ ਅੰਦਰ ਉਸ ਮਾਲਕ ਪਰਮਾਤਮਾ ਦੀ ਸਤਾ ਟਿਕੀ ਹੈ। ਤੇ ਉਹ ਮਾਲਕ ਪਰਮਾਤਮਾ ਹੀ ਸਾਰੀਆਂ ਘਟਾਂ ਦੇ ਵਿੱਚ ਬੈਠ ਕੇ, ਸਾਰਿਆਂ ਸਰੀਰਾਂ ਵਿੱਚ ਬੈਠ ਕੇ ਜਗਤ ਦੇ ਰੰਗ ਤਮਾਸ਼ੇ ਨੂੰ ਮਾਣ ਰਿਹਾ ਹੈ। ਭਾਵ ਸਾਡੇ ਅੰਦਰ ਪਰਮਾਤਮਾ ਬੈਠਾ ਹੋਇਆ ਸੰਸਾਰ ਦੇ ਰੰਗ ਤਮਾਸ਼ਿਆਂ ਨੂੰ ਮਾਨਦਾ ਪਿਆ ਹੈ। ਸਰਵੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਹੁਣ ਭਗਤ ਜੀ ਕਹਿੰਦੇ ਅਸਾਂ ਜੀਵਾਂ ਨੂੰ ਇਹ ਭਰਮ ਪਿਆ ਹੋਇਆ ਸੀ ਕਿ ਮਾਲਕ ਪਰਮਾਤਮਾ ਵੱਖਰੀ ਹਸਤੀ ਹੈ, ਮਾਲਕ ਦੀ ਵੱਖਰੀ ਹੋਂਦ ਹੈ ਤੇ ਅਸੀਂ ਜੀਵ ਪਰਮਾਤਮਾ ਦੇ ਨਾਲ ਵੱਖਰੇ ਹਾਂ। ਪਰ ਭਗਤ ਜੀ ਕਹਿੰਦੇ ਜਦੋਂ ਇਹ ਸਮਝ ਪੈ ਗਈ ਸਰਵੈ ਏਕ ਅਨੇਕੈ ਸੁਆਮੀ, ਸਰਵੇ ਦਾ ਅਰਥ ਹੈ ਸਾਰਿਆਂ ਦੇ ਵਿੱਚ, ਉਹ ਪਰਮਾਤਮਾ ਇੱਕ ਹੀ ਅਨੇਕਾਂ ਰੂਪ ਬਣਾ ਕੇ ਬੈਠਾ ਹੋਇਆ। ਭਾਵ ਆ ਜਿਹੜਾ ਦਿਸਦਾ ਸੰਸਾਰ ਹੈ ਨਾ, ਅਸਲ ਵਿੱਚ ਇਹ ਵੀ ਨਿਰੰਕਾਰ ਦਾ ਹੀ ਰੂਪ ਹੈ। ਕੱਲ ਆਪਾਂ ਸ਼ਬਦ ਪੜ੍ਹਿਆ ਸੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨ ਜਾਪਈ, ਜੇ ਕਿਸੇ ਆਨ ਰਸ। ਸਤਿਗੁਰੂ ਜੀ ਕਹਿੰਦੇ ਸਾਰਾ ਸੰਸਾਰ ਵੀ ਉਸ ਨਿਰੰਕਾਰ ਦਾ ਹੀ ਪੈਦਾ ਕੀਤਾ ਹੋਇਆ ਹੈ। ਤਾਂ ਕਰਕੇ ਭਗਤ ਜੀ ਕਹਿੰਦੇ ਉਹ ਪਰਮਾਤਮਾ ਇੱਕ ਜਿਹੜਾ ਹੈ ਉਹ ਅਨੇਕਾਂ ਰੂਪ ਬਣਾ ਕੇ ਸੰਸਾਰ ਵਿੱਚ ਆਪ ਬਿਰਾਜਮਾਨ ਹੋ ਕੇ ਬੈਠਾ ਹੈ। ਤੇ ਸਾਰੀਆਂ ਘਟਾਂ ਵਿੱਚ ਭਾਵ ਹਰ ਸਰੀਰ ਵਿੱਚ ਬੈਠ ਕੇ ਉਹ ਸੰਸਾਰ ਦੇ ਰੰਗ ਤਮਾਸ਼ਿਆਂ ਨੂੰ ਮਾਨਦਾ ਪਿਆ ਹੈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਹੁਣ ਭਗਤ ਬਾਬਾ ਰਵਿਦਾਸ ਜੀ ਬਖਸ਼ਿਸ਼ ਕਰਦੇ, ਕਹਿੰਦੇ ਜਿਸ ਮਾਲਕ ਨੂੰ ਅਸੀਂ ਬੜਾ ਦੂਰ ਮੰਨ ਕੇ ਬੈਠੇ ਹੋਏ ਹਾਂ। ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗਾਵੈ ਕੋ ਜਾਪੈ ਦਿਸੈ ਦੂਰ। ਪਹਿਲੀ ਗੱਲ ਤੇ ਬਹੁਤੇ ਲੋਕ ਉਹ ਹੈ ਜਿਹੜੇ ਪਰਮਾਤਮਾ ਦੀ ਹੋਂਦ ਤੋਂ ਹੀ ਮੁਨਕਰ ਹੋ ਕੇ ਬੈਠੇ ਹੈ ਵੀ ਸ਼ਾਇਦ ਪਰਮਾਤਮਾ ਦਾ ਨਾਂ ਦੀ ਕੋਈ ਤਾਕਤ ਨਹੀਂ ਹੈ, ਸ਼ਾਇਦ ਕੋਈ ਸੰਸਾਰ ਤੇ ਰੱਬ ਨਹੀਂ, ਜਿਹੜੇ ਨਾਸਤਕ ਬਿਰਤੀ ਦੇ ਲੋਕ ਹੈ। ਪਰ ਸਤਿਗੁਰੂ ਜੀ ਕਹਿੰਦੇ ਕਈ ਲੋਕ ਇਹ ਮੰਨ ਤੇ ਰਹੇ ਹੈ ਵੀ ਪਰਮਾਤਮਾ ਹੈ ਤੇ ਪਰਮਾਤਮਾ ਨੂੰ ਗਾ ਵੀ ਰਹੇ ਹੈ, ਪਰ ਉਹਨਾਂ ਦੇ ਅੰਦਰ ਇਹ ਭਰਮ ਹੈ ਵੀ ਪਰਮਾਤਮਾ ਸ਼ਾਇਦ ਕਿਤੇ ਦੂਰ ਬੈਠਾ ਹੋਇਆ ਹੈ, ਕਿਸੇ ਆਕਾਸ਼ ਦੇ ਵਿੱਚ ਬੈਠਾ ਹੋਇਆ ਹੈ, ਕਿਸੇ ਖਾਸ ਥਾਂ ਤੇ ਪਰਮਾਤਮਾ ਬੈਠਾ ਹੋਇਆ ਹੈ। ਪਰ ਅੱਗੇ ਸਤਿਗੁਰੂ ਜੀ ਕਹਿੰਦੇ ਗਾਵੈ ਕੋ ਵੇਖੈ ਹਾਦਰਾ ਹਦੂਰ। ਕਈ ਪਰਮਾਤਮਾ ਨੂੰ ਆਪਣੇ ਨੇੜੇ ਅਨੁਭਵ ਕਰਦੇ ਪਏ ਆ ਵੀ ਪਰਮਾਤਮਾ ਤੇ ਬਹੁਤ ਨੇੜੇ ਆ। ਜਿਵੇਂ ਭਗਤ ਜੀ ਕਹਿੰਦੇ ਕਹੋ ਰਵਿਦਾਸ ਹਾਥ ਪੈ ਨੇਰੇ, ਸਹਜੇ ਹੋਏ ਸੋ ਹੋਈ। ਪਰ ਇੱਕ ਮੈਂ ਬੇਨਤੀ ਕਰਾਂ ਗੁਰਮੁਖੋ, ਜਿੰਨਾ ਟਾਈਮ ਸਾਡੇ ਅੰਦਰ ਗੁਰੂ ਦੇ ਸ਼ਬਦ ਦਾ ਚਾਨਣ ਨਹੀਂ ਹੋਏਗਾ ਨਾ, ਉਹਨਾਂ ਟਾਈਮ ਪਰਮਾਤਮਾ ਨੇੜੇ ਹੁੰਦਿਆਂ ਹੋਇਆਂ ਵੀ ਸਾਨੂੰ ਦੂਰ ਦਿਖਾਈ ਦੇਗਾ। ਵੈਸੇ ਤਾਂ ਸਤਿਗੁਰੂ ਜੀ ਨੇ ਇੱਕ ਬੜਾ ਸੋਹਣਾ ਖਿਆਲ ਬਾਣੀ ਵਿੱਚ ਦਿੱਤਾ, ਕਹਿੰਦੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਕਹਿੰਦੇ ਕੋਈ ਤੇ ਇਹ ਕਹਿ ਰਿਹਾ ਵੀ ਪਰਮਾਤਮਾ ਬਹੁਤ ਨੇੜੇ ਹੈ, ਕੋਈ ਇਹ ਕਹਿ ਰਿਹਾ ਵੀ ਪਰਮਾਤਮਾ ਬਹੁਤ ਦੂਰ ਹੈ। ਪਰ ਭਗਤ ਜੀ ਕਹਿੰਦੇ ਅਸਲ ਵਿੱਚ ਇਹਨਾਂ ਦੋਨਾਂ ਨੇ ਹੀ ਪਰਮਾਤਮਾ ਦੀ ਹੋਂਦ ਨੂੰ ਜਾਣਿਆ ਨਹੀਂ, ਇਹਨਾਂ ਦੋਨਾਂ ਨੇ ਪਰਮਾਤਮਾ ਨੂੰ ਅਨੁਭਵ ਨਹੀਂ ਕੀਤਾ। ਭਗਤ ਜੀ ਕਹਿੰਦੇ ਇਹ ਤਾਂ ਇੱਦਾਂ ਹੈ, ਜਲ ਕੀ ਮਸਲੀ ਚਰੈ ਖਜੂਰ, ਕਾਏ ਰੇ ਬਕਵਾਦ ਲਾਇਓ। ਕਹਿੰਦੇ ਐਵੇਂ ਬਕਵਾਦ ਕਰਨ ਦੀ ਕੀ ਲੋੜ ਹੈ, ਜਿਨ ਹਰ ਪਾਇਓ
ਤਿੰਨੇ ਛਪਾਇਓ। ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਉਹਨਾਂ ਨੇ ਫਿਰ ਆਪਣੇ ਅੰਦਰ ਹੀ ਸੰਭਾਲਿਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਸੇ ਤੇ ਕਿਆ ਕਹੀਏ ਵਾਲੀ ਅਵਸਥਾ ਉਹਨਾਂ ਦੀ ਬਣ ਗਈ। ਤਾਂ ਕਰਕੇ ਭਗਤ ਜੀ ਕਹਿੰਦੇ ਹੈ, ਕਹੋ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਹੁਣ ਭਗਤ ਜੀ ਕਹਿੰਦੇ ਮੈਨੂੰ ਸਮਝ ਪੈ ਗਈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਦਿਆਂ ਹੋਇਆਂ ਜਾਣ ਲਿਆ। ਆਪਾਂ ਬੜੀ ਵਾਰੀ ਬੇਨਤੀ ਕੀਤੀ ਹੈ ਨਾ ਵੀ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ, ਪਰਮਾਤਮਾ ਨੂੰ ਕਿਤੋਂ ਬਾਹਰ ਨਾ ਲੱਭਦਾ ਨਹੀਂ, ਉਹ ਮਾਲਕ ਪਰਮਾਤਮਾ ਤਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਹੀ ਬੈਠਾ ਹੋਇਆ। ਹੁਣ ਭਗਤ ਜੀ ਕਹਿੰਦੇ ਮੈਨੂੰ ਸਮਝ ਪੈ ਗਈ ਕਿ ਉਹ ਮਾਲਕ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ। ਉਹ ਮਾਲਕ ਪਰਮਾਤਮਾ ਤਾਂ ਮੇਰੇ ਹੱਥਾਂ ਤੋਂ, ਮੇਰੇ ਪੈਰਾਂ ਤੋਂ ਵੀ ਨੇੜੇ ਹੈ, ਭਾਵ ਮੇਰੇ ਸਰੀਰ ਦੇ ਇੰਦਰੇ ਵੀ ਮੇਰੇ ਨਾਲੋਂ ਦੂਰ ਨੇ, ਪਰ ਉਹ ਮਾਲਕ ਪਰਮਾਤਮਾ ਇਹਦੋਂ ਵੀ ਨੇੜੇ ਹੈ। ਤੇ ਸੰਸਾਰ ਵਿੱਚ, ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਕੁਝ ਮਾਲਕ ਪਰਮਾਤਮਾ ਆਪਣੀ ਰਜ਼ਾ ਮੁਤਾਬਕ ਕਰ ਰਿਹਾ। ਤਾਂ ਹੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਜੋ ਤਿਸ ਭਾਵੈ ਸਾਈ ਭਲੀ ਕਾਰ। ਸਾਨੂੰ ਜ਼ਰੂਰ ਲੱਗਦਾ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਹੋ ਗਿਆ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ, ਜੋ ਤਿਸ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਕਹਿਣ ਤੋਂ ਭਾਵ ਜਿਹੜੇ ਪਰਮਾਤਮਾ ਦੇ ਭਗਤ ਨੇ ਨਾ, ਉਹ ਪਰਮਾਤਮਾ ਦੀ ਰਜ਼ਾ ਨੂੰ, ਪਰਮਾਤਮਾ ਦੇ ਭਾਣੇ ਨੂੰ ਸੱਚ ਕਰਕੇ ਜਾਣ ਲੈਂਦੇ। ਉਹ ਮਾਲਕ ਦੀ ਰਜ਼ਾ ਤੋਂ ਬਾਹਰ ਨਹੀਂ ਜਾਂਦੇ। ਉਹਨਾਂ ਨੂੰ ਸੰਸਾਰ ਵਿੱਚ ਜੋ ਕੁਝ ਹੁੰਦਾ ਹੈ ਉਹ ਸਭ ਕੁਝ ਪਰਮਾਤਮਾ ਦੀ ਰਜ਼ਾ ਵਿੱਚ ਹੁੰਦਾ ਹੀ ਪ੍ਰਤੀਤ ਹੁੰਦਾ ਹੈ। ਤਾਂ ਕਰਕੇ ਭਗਤ ਜੀ ਨੇ ਆਖਿਆ, ਭਾਈ ਜੋ ਕੁਝ ਜਗਤ ਵਿੱਚ ਵਰਤ ਰਿਹਾ ਹੈ ਉਹ ਸਭ ਕੁਝ ਮਾਲਕ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਗੁਰਮੁਖੋ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜਦੋਂ ਮਨੁੱਖ ਦੇ ਜੀਵਨ ਦੇ ਬੰਧਨਾਂ ਦੀ ਗੱਲ ਕੀਤੀ ਕਿ ਜਿਨ੍ਹਾਂ ਬੰਧਨਾਂ ਵਿੱਚ ਮਨੁੱਖ ਦਾ ਜੀਵਨ ਜਕੜਿਆ ਹੋਇਆ ਹੈ, ਤਾਂ ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਜੀਵਨ ਵਿੱਚ ਸਭ ਤੋਂ ਵੱਡਾ ਬੰਧਨ ਹੈ ਮੋਹ ਦਾ। ਭਾਵੇਂ ਉਹ ਸਰੀਰ ਦਾ ਮੋਹ ਹੋਵੇ, ਭਾਵੇਂ ਪਰਿਵਾਰ ਦਾ ਮੋਹ ਹੋਵੇ, ਭਾਵੇਂ ਘਰ-ਬਾਰ ਦਾ ਮੋਹ ਹੋਵੇ, ਭਾਵੇਂ ਸੰਸਾਰ ਦਾ ਮੋਹ ਹੋਵੇ। ਤਾਂ ਕਰਕੇ ਭਗਤ ਜੀ ਕਹਿੰਦੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਵਾਧੇ। ਕਹਿੰਦੇ ਹੇ ਮਾਲਕ, ਹੇ ਮਾਧੋ, ਜੇ ਅਸੀਂ ਜੀਵਾਂ ਨੂੰ ਤੈਂ ਮੋਹ ਦੀ ਫਾਹੀ ਵਿੱਚ ਬੰਨ੍ਹਿਆ। ਕਿਉਂ ਭਗਤ ਜੀ ਨੇ ਆਖਿਆ? ਕਿਉਂਕਿ ਗੁਰਮੁਖੋ ਮਾਲਕ ਪਰਮਾਤਮਾ ਨੇ ਹੀ ਜੀਵਾਂ ਦੇ ਅੰਦਰ ਮੋਹ ਪੈਦਾ ਕੀਤਾ ਹੋਇਆ। ਜੀਵਾਂ ਦੇ ਅੰਦਰ ਮੋਹ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ। ਤਾਂ ਕਰਕੇ ਭਗਤ ਜੀ ਨੇ ਆਖਿਆ, ਹੀ ਮਾਲਕ, ਜੇ ਅਸੀਂ ਜੀਵਾਂ ਨੂੰ ਤੂੰ ਮੋਹ ਦੇ ਬੰਧਨਾਂ ਵਿੱਚ ਬੰਧੇ ਹੈ ਨਾ, ਤੇ ਭਗਤ ਜੀ ਕਹਿੰਦੇ ਅਸੀਂ ਵੀ ਤੈਨੂੰ ਪਿਆਰ ਦੇ ਬੰਧਨਾਂ ਵਿੱਚ ਬੰਧਿਆ ਹੋਇਆ। ਸਾਨੂੰ ਆਸ ਹੈ ਵੀ ਜਦੋਂ ਅਸੀਂ ਤੇਰੇ ਪਿਆਰ ਦੇ ਵਿੱਚ ਜੁੜੇ ਹੋਏ ਹਾਂ ਤੇ ਇੱਕ ਦਿਨ ਤੂੰ ਕਿਰਪਾ ਕਰਕੇ ਸਾਡੇ ਮੋਹ ਦੇ ਬੰਧਨ ਜ਼ਰੂਰ ਕੱਟੇਗਾ। ਭਗਤ ਜੀ ਨੇ ਰਹਾਉ ਵਾਲੇ ਬੰਦ ਵਿੱਚ ਜ਼ਿਕਰ ਕੀਤਾ, ਕਹਿੰਦੇ ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਕਹਿੰਦੇ ਹੇ ਮਾਲਕ, ਮੈਨੂੰ ਸਮਝ ਪੈ ਗਈ ਵੀ ਜੇ ਅਸੀਂ ਤੇਰੇ ਨਾਲ ਪਿਆਰ ਪਾ ਕੇ ਬੈਠੇ ਹੋਏ ਹਾਂ ਤਾਂ ਹੋ ਹੀ ਨਹੀਂ ਸਕਦਾ ਵੀ ਤੂੰ ਸਾਡੇ ਮੋਹ ਦੇ ਬੰਧਨ ਨਾ ਕੱਟੇ। ਕਿਉਂਕਿ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਉਹ ਮਾਲਕ ਪਰਮਾਤਮਾ ਜਿਹੜਾ ਹੈ ਉਹ ਜੀਵਾਂ ਦੇ ਅਨੇਕਾਂ ਬੰਧਨਾਂ ਨੂੰ ਕੱਟ ਕੇ ਜੀਵਾਂ ਨੂੰ ਮੁਕਤ ਕਰ ਦਿੰਦਾ ਹੈ। ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ। ਹੁਣ ਭਗਤ ਜੀ ਕਹਿੰਦੇ, ਹੇ ਮਾਲਕ, ਜੇ ਤੂੰ ਸਾਡੇ ਜੀਵਨ ਵਿੱਚ ਮੋਹ ਦੀ ਫਾਹੀ ਪਾਈ ਹੋਈ ਹੈ, ਗੁਰਮੁਖੋ ਸੱਚ ਜਾਣਿਓ, ਇਹ ਜਿਹੜੇ ਸੰਸਾਰ ਦੇ ਮੋਹ ਦੇ ਬੰਧਨ ਨੇ, ਬੇਕਾਰਾਂ ਦੇ ਬੰਧਨ ਨੇ, ਇਹਨਾਂ ਬੰਧਨਾਂ ਦੇ ਵਿੱਚ ਹਰ ਇੱਕ ਮਨੁੱਖ ਦਾ ਜੀਵਨ ਜਕੜਿਆ ਹੋਇਆ। ਇਸੇ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੇ ਡੂਬੀ ਅਲੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਪਏ ਹਾਂ ਕਿ ਸੰਸਾਰ ਦੇ ਬਹੁਤੇ ਜੀਵ ਜਿਹੜੇ ਹੈ ਉਹ ਪਰਿਵਾਰ ਦੇ, ਸੰਸਾਰ ਦੇ ਤੇ ਮਾਇਆ ਦੇ ਮੋਹ ਵਿੱਚ ਡੁੱਬ ਰਹੇ ਹੈ। ਪੰਕਜ ਮੋਹ, ਪੰਕਜ ਦਾ ਅਰਥ ਹੁੰਦਾ ਵਾਹਿਗੁਰੂ
ਚਿਕੜ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੇ ਡੂਬੀਅਲੇ। ਪਰ ਮੈਂ ਬੇਨਤੀ ਕਰਾਂ ਗੁਰਮੁਖੋ, ਜਦੋਂ ਅਸੀਂ ਮੋਹ ਦੇ ਚਿਕੜ ਵਿੱਚ ਡੁੱਬਦੇ ਹਾਂ ਤਾਂ ਉਸ ਡੁੱਬਦਿਆਂ ਹੋਇਆਂ ਨੂੰ ਪਾਰ ਲਾਉਣ ਵਾਲਾ ਵੀ ਗੁਰੂ ਦਾ ਸ਼ਬਦ ਹੈ। ਉਹ ਮਾਲਕ ਪਰਮਾਤਮਾ ਹੀ ਸਾਨੂੰ ਮੋਹ ਦੇ ਬੰਧਨਾਂ ਵਿੱਚੋਂ ਕੱਢ ਸਕਦਾ ਹੈ। ਤਾਂ ਕਰਕੇ ਭਗਤ ਜੀ ਕਹਿੰਦੇ, ਹੇ ਮਾਲਕ, ਜੇ ਤੂੰ ਸਾਡੇ ਜੀਵਨ ਵਿੱਚ ਮੋਹ ਦੀ ਫਾਹੀ ਪਾਈ ਹੋਈ ਹੈ ਨਾ, ਤਾਂ ਅਸੀਂ ਜੀਵਾਂ ਨੇ ਵੀ ਤੈਨੂੰ ਪਿਆਰ ਦੇ ਬੰਧਨਾਂ ਵਿੱਚ ਬੰਨਿਆ ਹੋਇਆ ਹੈ। अपने छूटन को जतन करहो, हम छूटे तुम आराधे। ਦੇਖੋ ਗੁਰਮੁਖੋ, ਭਗਤ ਜੀ ਕਿਵੇਂ ਪਰਮਾਤਮਾ ਦੇ ਨਾਲ ਪ੍ਰੇਮ ਵਿੱਚ ਭਿੱਜ ਕੇ ਗੱਲਾਂ ਬਾਤਾਂ ਕਰ ਰਹੇ। ਕਹਿੰਦੇ ਹਮ ਆਪਣੇ ਛੂਟਨ ਕੋ ਯਤਨ ਕਰੋ। ਕਹਿੰਦੇ ਹੇ ਮਾਲਕ, ਮੈਨੂੰ ਸਮਝ ਪੈ ਗਈ ਕਿ ਜਿਹੜੀ ਤੂੰ ਸਾਡੇ ਜੀਵਨ ਵਿੱਚ ਮੋਹ ਦੀ ਫਾਹੀ ਪਾਈ ਹੋਈ ਹੈ, ਜਿਹੜੇ ਸਾਡੇ ਜੀਵਨ ਵਿੱਚ ਮੋਹ ਦੇ ਬੰਧਨ ਬਣੇ ਹੋਏ ਹੈ, ਜਿਨ੍ਹਾਂ ਬੰਧਨਾਂ ਨੇ ਸਾਡੇ ਜੀਵਨ ਨੂੰ ਜਕੜਿਆ ਹੋਇਆ ਹੈ, ਤੇ ਸਾਨੂੰ ਸਮਝ ਪੈ ਗਈ ਵੀ ਇਹਨਾਂ ਬੰਧਨਾਂ ਵਿੱਚੋਂ ਅਸੀਂ ਛੁੱਟ ਸਕਦੇ ਹਾਂ। ਇਹਨਾਂ ਬੰਧਨਾਂ ਵਿੱਚੋਂ ਸਾਡਾ ਛੁਟਕਾਰਾ ਹੋ ਸਕਦਾ ਕਿਵੇਂ? ਤੇਰੇ ਨਾਮ ਨੂੰ ਆਰਾਧ ਕੇ, ਤੈਨੂੰ ਸਿਮਰ ਕੇ ਅਸੀਂ ਇਹਨਾਂ ਬੰਧਨਾਂ ਵਿੱਚੋਂ ਨਿਕਲ ਸਕਦੇ ਹਾਂ। ਪਰ ਹੇ ਮਾਲਕ, ਤੂੰ ਸਾਡੇ ਪਿਆਰ ਦੀ ਜਕੜ ਵਿੱਚੋਂ, ਸਾਡੀ ਪ੍ਰੀਤ ਵਿੱਚੋਂ ਕਿਵੇਂ ਨਿਕਲੇਗਾ? ਹੇ ਮਾਲਕ, ਜਿਵੇਂ ਭਗਤ ਜੀ ਨੇ ਜ਼ਿਕਰ ਕੀਤਾ ਨਾ, ਮੂਲ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਭਗਤ ਜੀ ਕਹਿੰਦੇ ਮੇਰੀ ਪਰਮਾਤਮਾ ਨਾਲ ਐਸੀ ਪ੍ਰੀਤ ਬਣ ਗਈ, ਹੁਣ ਉਹ ਪ੍ਰੀਤ ਕਦੇ ਵੀ ਟੁੱਟੇਗੀ ਨਹੀਂ। ਗੁਰਮੁਖੋ ਸੱਚ ਜਾਣਿਓ, ਜਿਹੜੇ ਕੇਵਲ ਬਾਹਰੋਂ ਪ੍ਰੀਤ ਪਾ ਕੇ ਬੈਠੇ ਹੋਏ ਐ, ਉਹਨਾਂ ਦੀ ਪ੍ਰੀਤ ਕਦੇ ਵੀ ਤੋੜ ਨਹੀਂ ਨਿਭਦੀ। ਜਿਹੜੇ ਅੰਦਰੋਂ ਮਾਲਕ ਪਰਮਾਤਮਾ ਨਾਲ ਪ੍ਰੀਤ ਕਰਦੇ ਐ, ਉਹਨਾਂ ਦੀ ਪ੍ਰੀਤ ਨੂੰ ਸੰਸਾਰ ਦਾ ਕੋਈ ਮੋਹ, ਸੰਸਾਰ ਦੀ ਮੋਹ ਮਾਇਆ ਮਮਤਾ ਕਦੇ ਤੋੜ ਨਹੀਂ ਸਕਦੀ। ਤਾਂ ਹੀ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਸੀ, ਜਿਹੜਾ ਇੱਕ ਵਾਰੀ ਅੰਦਰੋਂ ਪਰਮਾਤਮਾ ਨਾਲ ਜੁੜ ਗਿਆ ਭਾਈ, ਉਸ ਜੁੜੇ ਹੋਏ ਨੂੰ ਕੋਈ ਤੋੜ ਨਹੀਂ ਸਕਦਾ। ਆਪਾਂ ਭਗਤ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਜਿੱਥੇ ਭਗਤ ਜੀ ਕਹਿੰਦੇ ਐ, ਕਰਬਟ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਨ ਬੇਨਤੀ ਮੇਰੀ, ਹਉ ਬਾਰੀ ਮੁਖ ਫੇਰ ਪਿਆਰੇ, ਕਰਬਟ ਦੇ ਮੋਕੋ ਕਾਹੇ ਕੋ ਮਾਰੇ। ਅੱਗੇ ਭਗਤ ਜੀ ਕਹਿੰਦੇ, ਜਉ ਤਨ ਚੀਰੇ ਤੋਂ ਅੰਗ ਨਾ ਮੋਰੋ, ਪ੍ਰੀਤ ਪਰੈ ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋ। ਇਹਦਾ ਭਾਵ ਹੈ, ਹੇ ਮਾਲਕ, ਮੈਂ ਤੇਰੇ ਨਾਲ ਸੱਚੀ ਪ੍ਰੀਤ ਪਾਈ ਹੈ। ਇਸ ਪ੍ਰੀਤ ਦੇ ਬਦਲੇ ਭਾਵੇਂ ਮੈਨੂੰ ਆਪਣਾ ਤਨ ਚਿਰਵਾਉਣਾ ਪੈ ਜੇ, ਪਰ ਫਿਰ ਵੀ ਮੈਂ ਤੇਰੇ ਨਾਲ ਪ੍ਰੀਤ ਨਹੀਂ ਛੱਡਾਂਗਾ, ਭਾਵੇਂ ਮੇਰੇ ਪ੍ਰਾਣ ਤੱਕ ਚਲੇ ਜਾਣ। ਹੁਣ ਗੁਰਮੁਖੋ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਭਾਈ ਮਤੀ ਦਾਸ ਦਾ ਸਰੀਰ ਆਰੇ ਨਾਲ ਚੀਰ ਦਿੱਤਾ ਗਿਆ, ਪਰ ਭਾਈ ਮਤੀ ਦਾਸ ਦੀ ਸਤਿਗੁਰਾਂ ਦੇ ਨਾਲ ਪ੍ਰੀਤ ਨਹੀਂ ਟੁੱਟੀ। ਉਹਨਾਂ ਨੇ ਆਪਣੀ ਪ੍ਰੀਤ ਨੂੰ ਤੋੜ ਨਿਭਾ ਦਿੱਤਾ। ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋ। ਅੱਗੇ ਭਗਤ ਜੀ ਕਹਿੰਦੇ, ਹਮ ਤੁਮ ਵੀਚ ਭਇਓ ਨਾ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਹੇ ਮਾਲਕ, ਸਾਡੇ ਤੇ ਤੇਰੇ ਵਿੱਚ ਹੁਣ ਕੋਈ ਫਾਸਲਾ ਨਹੀਂ ਰਹਿ ਗਿਆ। ਤਾਂ ਕਰਕੇ ਭਗਤ ਜੀ ਕਹਿੰਦੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਕਹਿੰਦੇ ਅਸੀਂ ਜੀਵ ਤੇ ਉਸ ਮੋਹ ਦੀ ਫਾਹੀ ਵਿੱਚੋਂ ਨਿਕਲ ਜਾਵਾਂਗੇ, ਤੈਨੂੰ ਸਿਮਰ ਕੇ ਬਾਹਰ ਨਿਕਲਾਂਗੇ, ਪਰ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਗਾ? ਮਾਧਵੇ ਜਾਨਤ ਹੋ ਜੈਸੀ ਤੈਸੀ। ਹੁਣ ਭਗਤ ਜੀ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕਰਦੇ ਆ, ਮਾਧਵੇ ਜਾਨਤ ਹੋ ਜੈਸੀ ਤੈਸੀ। ਜਾਨਤ ਹੋ ਦਾ ਭਾਵ ਹੈ ਤੁਸੀਂ ਜਾਣਦੇ ਹੋ, ਤੁਸੀਂ ਇਸ ਗੱਲ ਨੂੰ ਸਮਝਦੇ ਹੋ ਵੀ ਤੁਹਾਡਾ ਭਗਤਾਂ ਨਾਲ ਪਿਆਰ ਕਿੰਨਾ ਹੈ। ਹੁਣ ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਬੜਾ ਸੋਹਣਾ ਸ਼ਬਦ ਕਿਹਾ ਹੈ, ਕਹਿੰਦੇ ਜੇ ਪਰਮਾਤਮਾ ਨੂੰ ਵਸ ਵਿੱਚ ਕਰਨਾ ਹੈ ਤੇ ਤਾਂ ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਉਣਾ ਪਏਗਾ। ਉਸ ਮਾਲਕ ਪਰਮਾਤਮਾ ਨੂੰ ਕੇਵਲ ਪਿਆਰ ਤੇ ਪ੍ਰੇਮ ਦੇ ਨਾਲ ਹੀ ਵਸ ਵਿੱਚ ਕੀਤਾ ਜਾ ਸਕਦਾ ਹੈ, ਨਹੀਂ ਤੇ ਸਤਿਗੁਰੂ ਜੀ ਕਹਿੰਦੇ, ਨਾ ਤੂੰ ਆਵੈ ਬਸ ਤੀਰਥ ਨਹਾਈ ਹੈ, ਨਾ ਤੂੰ ਆਵੈ ਬਸ ਧਰਤੀ ਧਾਈ ਹੈ, ਨਾ ਤੂੰ ਆਵੈ ਬਸ ਕਿਤੇ ਸਿਆਣਪੈ, ਨਾ ਤੂੰ ਆਵੈ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ। ਸਾਰੇ ਜੀਵ ਤੇਰੇ ਵਸ ਵਿੱਚ ਨੇ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਪਰ ਅੱਗੇ ਸਤਿਗੁਰੂ ਜੀ ਕਹਿੰਦੇ, ਤੂੰ ਭਗਤਾਂ ਕੈ ਬਸ, ਭਗਤਾਂ ਤਨ ਤੇਰਾ। ਹੇ ਮਾਲਕ, ਸਾਰੇ ਜੀਵ ਤੇਰੇ ਵਸ ਦੇ ਵਿੱਚ ਨੇ,
ਪਰ ਪਰਮਾਤਮਾ ਦੇ ਭਗਤਾਂ ਨੇ ਤੈਨੂੰ ਵਸ ਵਿੱਚ ਕੀਤਾ ਹੋਇਆ। ਭਗਤਾਂ ਹੀ ਤੇ ਆਪਾਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਮੇਰੀ ਬਾਂਦੀ ਭਗਤ ਛਡਾਵੈ, ਬਾਂਦੇ ਭਗਤ ਨ ਛੂਟੈ ਮੋਹੇ, ਏਕ ਸਮੇਂ ਮੋਹ ਕੋ ਗੈ ਬੰਧੈ, ਤੋ ਫਿਰ ਮੋਹ ਪੇ ਜਵਾਬ ਨਾ ਹੋਏ। ਭਾਵ ਭਗਤਾਂ ਦੀ ਕੀਤੀ ਹੋਈ ਗੱਲ ਨੂੰ ਪਰਮਾਤਮਾ ਵੀ ਮੰਨਦਾ ਹੈ, ਪਰਮਾਤਮਾ ਵੀ ਭਗਤਾਂ ਦੀ ਗੱਲ ਨੂੰ ਕਦੇ ਉਲਟਾਉਂਦਾ ਨਹੀਂ। ਤਾਂ ਕਰਕੇ ਭਗਤ ਜੀ ਕਹਿੰਦੇ, ਹੇ ਮਾਲਕ, ਤੂੰ ਤੇ ਜਾਣਦੀ ਹੈ ਵੀ ਭਗਤਾਂ ਦਾ ਤੇਰੇ ਨਾਲ ਕਿਹੋ ਜਿਹਾ ਪਿਆਰ ਹੈ। ਅਸਲ ਵਿੱਚ ਇਹ ਤੇਰੇ ਤੋਂ ਲੁਕਿਆ ਨਹੀਂ ਹੈ। ਭਾਵ ਤੂੰ ਚੰਗੀ ਤਰ੍ਹਾਂ ਜਾਣਦਾ ਵੀ ਭਗਤਾਂ ਦੀ ਤੇਰੇ ਨਾਲ ਕਿਹੋ ਜੀ ਪ੍ਰੀਤ ਪਈ ਹੋਈ ਹੈ। ਅਬ ਕਹਾਂ ਕਰੋਗੇ ਐਸੀ। ਹੁਣ ਭਗਤ ਜੀ ਕਹਿੰਦੇ, ਅਬ ਕਹਾਂ ਕਰੋਗੇ ਐਸੀ, ਹੇ ਮਾਲਕ, ਇਹੋ ਜੀ ਪ੍ਰੀਤ ਦੇ ਹੁੰਦੇ ਆ। ਭਾਵ ਜੇ ਅਸੀਂ ਤੇਰੇ ਨਾਲ ਅੰਦਰੋਂ ਪ੍ਰੀਤ ਪਾ ਕੇ ਬੈਠੇ ਹੋਏ ਆ, ਤੇਰੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਆ, ਤਾਂ ਭਗਤ ਜੀ ਕਹਿੰਦੇ ਇੱਦਾਂ ਦੀ ਪ੍ਰੀਤ ਹੁੰਦੇ ਆ ਤੇ ਸਾਨੂੰ ਤੂੰ ਜ਼ਰੂਰ ਮੋਹ ਦੇ ਫਾਹੀ ਤੋਂ ਬਚਾਏਗਾ। ਸਾਨੂੰ ਭਰੋਸਾ ਹੈ, ਜਿਵੇਂ ਭਗਤ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ ਵੀ ਹੇ ਮਾਲਕ, ਜੇ ਮੈਂ ਪਾਪ ਕੀਤੇ ਹੈ ਨਾ ਤਾਂ ਮੈਨੂੰ ਭਰੋਸਾ ਵੀ ਤੂੰ ਪਤਿਤ ਪਾਵਨ ਵੀ ਹੈ, ਤੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵੀ ਹੈ। ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਹੈ, ਹਮ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪੜਿਆ ਰੇ। ਭਾਈ ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਪਿਆਰ ਪਾਇਆ ਤੇ ਮਾਲਕ ਪਰਮਾਤਮਾ ਨੇ ਉਹਨਾਂ ਨੂੰ ਇਹਨਾਂ ਬੰਧਨਾਂ ਵਿੱਚੋਂ ਕੱਢ ਲਿਆ। ਤਾਂ ਕਰਕੇ ਭਗਤ ਜੀ ਕਹਿੰਦੇ, ਹੇ ਮਾਲਕ, ਜੇ ਅਸੀਂ ਤੇਰੇ ਨਾਲ ਅੰਦਰੋਂ ਪ੍ਰੀਤ ਪਾ ਕੇ ਬੈਠੇ ਹੋਏ ਆ ਨਾ, ਤਾਂ ਸਾਨੂੰ ਤੇਰੇ ਤੇ ਯਕੀਨ ਭਰੋਸਾ ਹੈ ਕਿ ਤੂੰ ਸਾਨੂੰ ਇਹਨਾਂ ਬੰਧਨਾਂ ਦੀ ਜਕੜ ਵਿੱਚੋਂ ਜ਼ਰੂਰ ਕੱਢਣਾ ਕਰੇਗਾ। ਰਹਾਓ। ਹੁਣ ਭਗਤ ਜੀ ਵਿਸਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ। ਹੁਣ ਭਗਤ ਜੀ ਕਥਨ ਕਰਦੇ ਵੀ ਪਰਮਾਤਮਾ ਦੇ ਭਗਤਾਂ ਦਾ ਪਰਮਾਤਮਾ ਨਾਲ ਪਿਆਰ ਕੈਸਾ ਹੈ, ਪਰਮਾਤਮਾ ਨਾਲ ਪ੍ਰੀਤ ਕੈਸੀ ਹੈ, ਕਿਵੇਂ ਮਾਲਕ ਦੇ ਭਗਤ ਪਰਮਾਤਮਾ ਨੂੰ ਅੰਦਰੋਂ ਪ੍ਰੀਤ ਪਾ ਕੇ ਬੈਠੇ ਹੈ। ਭਗਤ ਜੀ ਨੇ ਬੜੀ ਸੁੰਦਰ ਉਦਾਹਰਣ ਵਰਤੀ ਹੈ। ਕਹਿੰਦੇ, ਮੀਨ ਪਾਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ। ਮੀਨ ਕਹਿੰਦੇ ਮੱਛੀ ਨੂੰ। ਭਗਤ ਜੀ ਕਹਿੰਦੇ ਜੇ ਆਪਾਂ ਮੱਛੀ ਦੇ ਜੀਵਨ ਵੱਲ ਵੇਖੀਏ ਨਾ, ਤਾਂ ਇੱਕ ਗੱਲ ਸਮਝ ਪੈਂਦੀ ਹੈ ਵੀ ਸਾਡਾ ਤੇ ਪਰਮਾਤਮਾ ਦਾ ਪਿਆਰ ਕਿਹੋ ਜਿਹਾ ਹੈ। ਭਗਤ ਜੀ ਕਹਿੰਦੇ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਨਾ, ਹੁਣ ਗੁਰਮੁਖੋਂ ਮੱਛੀ ਜਿਹੜੀ ਹੈ ਪਾਣੀ ਵਿੱਚ ਰਹਿੰਦੀ ਹੈ ਤੇ ਮੱਛੀ ਦਾ ਜੀਵਨ ਵੀ ਪਾਣੀ ਹੈ। ਇਸੇ ਲਈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ ਸੀ, ਕਹੋ ਨਾਨਕ ਭਜ ਹਰ ਮਨਾ, ਜੇ ਵਿਦ ਜਲ ਕੋ ਮੀਨ। ਕਹਿੰਦੇ ਜੇ ਪਰਮਾਤਮਾ ਨਾਲ ਪਿਆਰ ਪਾਉਣਾ ਹੈ ਨਾ, ਜੇ ਪਰਮਾਤਮਾ ਨਾਲ ਪ੍ਰੀਤ ਪਾਉਣੀ ਹੈ ਤੇ ਪਰਮਾਤਮਾ ਨਾਲ ਇੱਦਾਂ ਦੀ ਪ੍ਰੀਤ ਪਾ ਜਿਵੇਂ ਪਾਣੀ ਨਾਲ ਮੱਛੀ ਦੀ ਪ੍ਰੀਤ ਹੈ। ਸਤਿਗੁਰੂ ਜੀ ਨੇ ਕਿੰਨੀ ਸੁੰਦਰ ਉਦਾਹਰਣ ਵਰਤੀ ਹੈ। ਕਹਿੰਦੇ ਮੀਨ ਪਾਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ। ਕਹਿੰਦੇ ਜਦੋਂ ਕੋਈ ਮਨੁੱਖ ਮੱਛੀ ਨੂੰ ਪਾਣੀ ਵਿੱਚੋਂ ਫੜ ਕੇ ਤੇ ਉਸ ਤੋਂ ਬਾਅਦ ਉਸ ਮੱਛੀ ਦੇ ਮਾਸ ਨੂੰ ਥੋੜ੍ਹਾ ਥੋੜ੍ਹਾ ਕਰਕੇ ਕੱਟ ਲਵੇ, ਟੁਕੜੇ ਟੁਕੜੇ ਕਰਕੇ ਮੱਛੀ ਦੇ ਮਾਸ ਨੂੰ ਆਪਣੇ ਅੰਦਰ ਲੈ ਜਾਏ, ਚਬਾ ਲਏ, ਮੱਛੀ ਦੇ ਮਾਸ ਨੂੰ ਖਾ ਲਏ। ਤੇ ਭਗਤ ਜੀ ਕਹਿੰਦੇ ਦੇਖੋ ਮੱਛੀ ਦਾ ਪਾਣੀ ਨਾਲ ਇੱਦਾਂ ਦਾ ਪਿਆਰ ਹੈ, ਇੰਨੀ ਪ੍ਰਤੀਤ ਹੈ ਕਿ ਮੱਛੀ ਜਿਹੜੀ ਹੈ ਮਨੁੱਖ ਦੇ ਅੰਦਰ ਜਾ ਕੇ ਵੀ ਪਾਣੀ ਪਾਣੀ ਪੁਕਾਰਦੀ ਪਈ ਹੈ। ਇਹ ਮੰਨਿਆ ਜਾਂਦਾ ਵੀ ਜਿਹੜਾ ਮਨੁੱਖ ਮੱਛੀ ਦੇ ਮਾਸ ਦਾ ਸੇਵਨ ਕਰੇਗਾ ਨਾ ਤੇ ਉਹਨੂੰ ਪਾਣੀ ਦੀ ਬੜੀ ਪਿਆਸ ਲੱਗਦੀ ਹੈ। ਭਾਵ ਭਗਤ ਜੀ ਨੇ ਇੱਕ ਪ੍ਰਤੀਕ ਵਰਤੇ ਹੈ, ਇੱਕ ਉਦਾਹਰਣ ਵਰਤੀ ਹੈ ਵੀ ਸਾਡਾ ਤੇਰੇ ਨਾਲ ਪਿਆਰ ਵੀ ਉਹੋ ਜਿਹਾ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ। ਹੇ ਮਾਲਕ, ਅਸੀਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਾਂਗੇ। ਹੁਣ ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਵੀ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਰਹੇ, ਸਰੀਰ ਤੇ ਆਰਾ ਵੀ ਚੱਲਦਾ ਰਿਹਾ, ਪਰ ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਨੂੰ ਸੰਪੂਰਨ ਕੀਤਾ। ਤਾਂ ਕਰਕੇ ਭਗਤ ਜੀ ਕਹਿੰਦੇ ਜਿਹੜੀ ਮੱਛੀ ਹੈ ਨਾ, ਉਹਨੂੰ ਪਾਣੀ ਵਿੱਚੋਂ ਫੜ ਕੇ ਫੱਕ ਕਰ ਦਈਏ, ਟੋਟੇ ਕਰ ਦਈਏ, ਕਈ ਤਰ੍ਹਾਂ ਦੇ ਨਾਲ ਮਨੁੱਖ ਰਿੰਨ ਕੇ ਮੱਛੀ ਦੇ ਮਾਸ ਨੂੰ ਖਾ ਲਏ, ਪਰ ਭਗਤ ਜੀ ਕਹਿੰਦੇ ਮੱਛੀ ਜਿਹੜੀ ਹੈ ਫਿਰ ਵੀ ਪਾਣੀ ਦੇ ਨਾਲੋਂ
ਪ੍ਰੀਤ ਨਹੀਂ ਛੱਡਦੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਨੀ। ਹੁਣ ਭਗਤ ਜੀ ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਖੰਡ ਦਾ ਅਰਥ ਹੁੰਦਾ ਗੁਰਮੁਖੋ ਟੋਟਾ, ਭਾਵ ਥੋੜੇ ਥੋੜੇ ਟੋਟੇ ਕਰਕੇ ਮੱਛੀ ਦੇ ਮਾਸ ਨੂੰ ਚਬਾ ਲੈਣਾ। ਤੇ ਭਗਤ ਜੀ ਕਹਿੰਦੇ ਜਿਹੜਾ ਮਨੁੱਖ ਮੱਛੀ ਦੇ ਮਾਸ ਨੂੰ ਆਪਣੇ ਅੰਦਰ ਲੈ ਜਾਂਦਾ ਨਾ, ਬੰਦਾ ਜਿਉਂਦਾ ਤੇ ਪਹਿਲਾਂ ਵੀ ਸੀ ਪਰ ਅੱਜ ਬਾਰ-ਬਾਰ ਪਾਣੀ ਮੰਗਦਾ ਪਿਆ ਹੈ। ਕਿਉਂਕਿ ਭਗਤ ਜੀ ਕਹਿੰਦੇ ਜਿਸ ਮਾਸ ਖਾਣ ਵਾਲੇ ਦੇ ਪੇਟ ਵਿੱਚ ਮੱਛੀ ਦਾ ਮਾਸ ਚਲਿਆ ਜਾਂਦਾ ਹੈ, ਭਗਤ ਜੀ ਕਹਿੰਦੇ ਮੱਛੀ ਉਹਦੇ ਅੰਦਰ ਜਾ ਕੇ ਵੀ ਪਿਆਸ ਪੈਦਾ ਕਰਦੀ ਹੈ। ਤਾਂ ਕਰਕੇ ਭਗਤ ਜੀ ਕਹਿੰਦੇ ਹੇ ਮਾਲਕ, ਸਾਡੀ ਤੇਰੇ ਨਾਲ ਮੱਛੀ ਦੀ ਤਰ੍ਹਾਂ ਪ੍ਰੀਤ ਹੈ, ਭਾਵ ਅਸੀਂ ਕਦੇ ਵੀ ਆਪਣੀ ਪ੍ਰੀਤ ਜਿਹੜੀ ਹੈ ਉਹ ਛੱਡਣੀ ਨਹੀਂ ਕਰਾਂਗੇ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਗੁਰਮੁਖੋ ਜਦੋਂ ਮੈਂ ਭਗਤ ਜੀ ਦਾ ਇਹ ਸ਼ਬਦ ਸੁਣਦਾ ਨਾ, ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ, ਮੈਨੂੰ ਇਦਾਂ ਪ੍ਰਤੀਤ ਹੁੰਦਾ ਵੀ ਭਗਤ ਜੀ ਉਹਨਾਂ ਅਖੌਤੀ ਧਰਮੀ ਲੋਕਾਂ ਨਾਲ ਗੱਲ ਕਰ ਰਹੇ ਹੈ ਜਿਹੜੇ ਰੱਬ ਨੂੰ ਕੇਵਲ ਆਪਣੀ ਮਲਕੀਅਤ ਬਣਾ ਕੇ ਬੈਠੇ ਸਨ, ਜਿਹੜੇ ਇਹ ਮੰਨ ਕੇ ਬੈਠੇ ਸਨ ਵੀ ਰੱਬ ਤੇ ਸਾਡੇ ਲਈ ਰਾਖਵਾ ਹੈ ਕਿ ਅਸੀਂ ਮੰਦਰਾਂ ਵਿੱਚ ਜਾ ਸਕਦੇ ਹਾਂ, ਅਸੀਂ ਰੱਬ ਦੀ ਭਗਤੀ ਕਰ ਸਕਦੇ ਹਾਂ, ਤੇ ਬਾਕੀ ਜਿਹੜੇ ਸੂਦਰ ਲੋਕ ਹੈ ਉਹ ਤੇ ਰੱਬ ਦੇ ਨਾਲ ਜੁੜ ਹੀ ਨਹੀਂ ਸਕਦੇ, ਉਹ ਤੇ ਪਰਮਾਤਮਾ ਦੀ ਭਗਤੀ ਕਰ ਹੀ ਨਹੀਂ ਸਕਦੇ। ਆਪਾਂ ਬੜੀ ਵਾਰੀ ਜ਼ਿਕਰ ਕੀਤਾ ਵੀ ਕਿਵੇਂ ਭਗਤਾਂ ਨੂੰ ਜਿਹੜਾ ਸੀ ਮੰਦਰਾਂ ਵਿੱਚ ਨਹੀਂ ਸੀ ਦਾਨ ਦਿੱਤਾ ਜਾਂਦਾ, ਕਿਵੇਂ ਭਗਤਾਂ ਨੂੰ ਧਾਰਮਿਕ ਗ੍ਰੰਥ ਜਿਹੜੇ ਸਨ ਉਹਨਾਂ ਨੂੰ ਪੜ੍ਹਨ ਦੀ ਮਨਾਹੀ ਕੀਤੀ ਹੋਈ ਸੀ। ਤੇ ਤਾਂ ਕਰਕੇ ਭਗਤ ਜੀ ਨੇ ਆਖਿਆ ਆਪਨ ਬਾਪੈ ਨਾਹੀ ਕਿਸੇ ਕੋ, ਭਾਈ ਤੁਸੀਂ ਤੇ ਰੱਬ ਨੂੰ ਵੀ ਆਪਣੀ ਮਲਕੀਅਤ ਬਣਾ ਕੇ ਬੈਠੇ ਹੋ, ਹੱਦ ਦੀ ਗੱਲ ਹੋ ਗਈ। ਤੇ ਬ੍ਰਾਹਮਣ ਕਹਿੰਦਾ ਸੀ ਵੀ ਮੰਦਰਾਂ ਵਿੱਚ ਤੇ ਮੈਂ ਹੀ ਜਾ ਸਕਦਾ, ਮੈਂ ਹੀ ਪਰਮਾਤਮਾ ਦੀ ਪੂਜਾ ਕਰ ਸਕਦਾ। ਤੇ ਭਗਤ ਜੀ ਕਹਿੰਦੇ ਪਰਮਾਤਮਾ ਕਿਸੇ ਦੀ ਪਿਓ ਦੀ ਮਲਕੀਅਤ ਨਹੀਂ, ਪਰਮਾਤਮਾ ਕੇਵਲ ਕਿਸੇ ਇੱਕ ਦਾ ਨਹੀਂ ਵੀ ਇੱਕ ਹੀ ਬੰਦਾ ਪਰਮਾਤਮਾ ਨਾਲ ਜੁੜ ਸਕਦਾ ਹੈ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਸਾਂਝਾ ਸਾਹਿਬ ਬਾਪ ਹਮਾਰਾ, ਭਾਈ ਉਹ ਮਾਲਕ ਪਰਮਾਤਮਾ ਸਾਡੇ ਸਾਰਿਆਂ ਦਾ ਸਾਂਝਾ ਬਾਪ ਤੇ ਸਾਡਾ ਮਾਲਕ ਹੈ। ਤਾਂ ਹੀ ਤੇ ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਏਕ ਪਿਤਾ ਏਕ ਸਕੇ ਹਮ ਵਾਰਿਕ, ਤੂੰ ਮੇਰਾ ਗੁਰਹਾਈ। ਅਸੀਂ ਸਾਰੇ ਇੱਕ ਮਾਲਕ ਦੇ ਬੱਚੇ ਹਾਂ ਤੇ ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਡਾ ਸਾਂਝਾ ਬਾਪ ਉਹ ਮਾਲਕ ਪਰਮਾਤਮਾ ਹੈ। ਪਰ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਗੁਰਮੁਖੋ, ਜੇ ਅਸੀਂ ਇਸ ਵਿਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਆਪਣੇ ਜੀਵਨ ਵਿੱਚ ਧਾਰਨ ਕਰ ਲਈਏ ਵੀ ਏਕ ਪਿਤਾ ਏਕ ਸਕੇ ਹਮ ਬਾਰਕ, ਤਾਂ ਸਾਡੇ ਸਮਾਜ ਵਿੱਚੋਂ ਕਈ ਤਰ੍ਹਾਂ ਦੇ ਝਗੜੇ ਖਤਮ ਹੋ ਸਕਦੇ, ਕਈ ਤਰ੍ਹਾਂ ਦੇ ਭਿੰਨ ਭੇਦ ਭਾਵ ਖਤਮ ਹੋ ਸਕਦੇ ਹੈ। ਪਰ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਬੜੇ ਦੂਰ ਜਾ ਕੇ ਬੈਠੇ ਹਾਂ। ਪਰ ਭਗਤ ਜੀ ਨੇ ਆਖਿਆ ਆਪਨ ਬਾਪੈ ਨਾਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਬਾਪੇ ਦਾ ਅਰਥ ਹੈ ਪਰਮਾਤਮਾ ਕਿਸੇ ਦੀ ਮਲਕੀਅਤ ਨਹੀਂ ਹੈ, ਕੇਵਲ ਕਿਸੇ ਇੱਕ ਦਾ ਨਹੀਂ ਵੀ ਕੋਈ ਇੱਕ ਬੰਦੇ ਦਾਅਵਾ ਕਰ ਸਕਦਾ ਹੋਵੇ। ਹੁਣ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਨਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਉਪਦੇਸ਼ ਹੈ ਨਾ ਉਹ ਸਾਰਿਆਂ ਲਈ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੇ ਭਗਤ ਜੀ ਕਹਿੰਦੇ ਪਰਮਾਤਮਾ ਜਿਹੜਾ ਜਗਤ ਦਾ ਮਾਲਕ ਹੈ, ਹਰੀ ਹੈ ਨਾ, ਉਹ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ। ਅਸਲ ਵਿੱਚ ਭਾਵਨ ਕੋ ਹਰ ਰਾਜਾ, ਉਹ ਮਾਲਕ ਪਰਮਾਤਮਾ ਤੇ ਪ੍ਰੇਮ ਦਾ ਵਜਿਆ ਹੋਇਆ ਹੈ। ਉਹ ਮਾਲਕ ਪਰਮਾਤਮਾ ਤੇ ਪ੍ਰੇਮ ਰੂਪ ਹੈ। ਜਿਹੜਾ ਵੀ ਮਾਲਕ ਪਰਮਾਤਮਾ ਨਾਲ ਪ੍ਰੇਮ ਕਰਦਾ, ਪਿਆਰ ਕਰਦਾ, ਅਸਲ ਵਿੱਚ ਮਾਲਕ ਪਰਮਾਤਮਾ ਉਸੇ ਦਾ ਹੈ। ਤਾਂ ਮੈਂ ਬੇਨਤੀ ਕਰ ਰਿਹਾ ਵੀ ਮੈਨੂੰ ਇਹ ਲੱਗਦਾ ਵੀ ਕਈ ਲੋਕ ਜਿਹੜੇ ਸਨ ਉਹ ਰੱਬ ਨੂੰ ਕੇਵਲ ਆਪਣੀ ਮਲਕੀਅਤ ਮੰਨ ਕੇ ਬੈਠੇ ਸਨ। ਤੇ ਤਾਂ ਭਗਤ ਜੀ ਨੂੰ ਇਹ ਗੱਲ ਜਿਹੜੀ ਹੈ ਉਹ ਕਹਿਣੀ ਪਈ। ਮੋਹ ਪਟਲ ਸਭ ਜਗਤ ਬਿਆਪਿਓ, ਭਗਤ ਨਹੀਂ ਸੰਤਾਪਾ। ਹੁਣ ਭਗਤ ਜੀ ਕਹਿੰਦੇ ਮੋਹ ਪਟਲ ਸਭ ਜਗਤ ਬਿਆਪਿਓ, ਭਗਤ ਨਹੀਂ ਸੰਤਾਪਾ। ਸੰਤਾਪ ਦਾ ਅਰਥ ਹੁੰਦਾ ਮੋਹ ਦਾ ਕਲੇਸ਼, ਮੋਹ ਦੇ ਵਿੱਚ ਡੁੱਬ ਜਾਣਾ। ਹੁਣ ਭਗਤ ਜੀ ਕਹਿੰਦੇ ਹੈ ਜਿਹੜਾ ਸੰਸਾਰ ਪਰਮਾਤਮਾ ਦੇ ਪ੍ਰੇਮ ਤੋਂ ਵਾਂਝ ਹੈ ਨਾ, ਪਰਮਾਤਮਾ ਦੇ ਪਿਆਰ ਤੋਂ ਵਾਂਝ ਹੈ, ਉਹ ਸੰਸਾਰ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ।
ਕਿਉਂਕਿ ਗੁਰਮੁਖੋ ਸੱਚ ਜਾਣਿਓ, ਜਦੋਂ ਅਸੀਂ ਮਾਲਕ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ ਨਾ, ਤਿਉਂ ਅਸੀਂ ਸੰਸਾਰ ਦੇ ਮੋਹ ਵਿੱਚ ਡੁੱਬਦੇ ਜਾਂਦੇ ਹਾਂ। ਤਿਉਂ ਤੋਂ ਸਾਡੀ ਨਿਰੰਕਾਰ ਦੇ ਨਾਲ ਦੂਰੀ ਬਣਦੀ ਹੈ ਤੇ ਅਸੀਂ ਸੰਸਾਰ ਦੇ ਨਾਲ ਨੇੜਤਾ ਬਣਾ ਲੈਂਦੇ ਹਾਂ। ਤੇ ਭਗਤ ਜੀ ਕਹਿੰਦੇ ਜਿਹੜੇ ਸੰਸਾਰ ਦੇ ਮੋਹ ਵਿੱਚ, ਮੋਹ ਦੇ ਪਰਦੇ ਵਿੱਚ ਇਹ ਸਾਰਾ ਸੰਸਾਰ ਫਸਿਆ ਹੋਇਆ ਨਾ, ਪਰ ਭਗਤ ਨਹੀਂ ਸੰਤਾਪਾ। ਭਾਈ ਜਿਹੜੇ ਪਰਮਾਤਮਾ ਦੇ ਭਗਤ ਨੇ, ਪਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਹੈ, ਉਹਨਾਂ ਦੇ ਜੀਵਨ ਤੇ ਸੰਸਾਰ ਦੇ ਮੋਹ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ। ਹੁਣ ਇਹਦਾ ਭਾਵ ਕੀ ਭਗਤ ਸੰਸਾਰ ਤੋਂ ਵੱਖਰੇ ਹੋ ਕੇ ਬਹਿ ਜਾਂਦੇ ਆ? ਕੀ ਭਗਤ ਪਰਿਵਾਰ ਤੋਂ ਵੱਖਰੇ ਹੋ ਕੇ ਬਹਿ ਜਾਂਦੇ ਆ? ਨਹੀਂ ਗੁਰਮੁਖੋ, ਆਪਾਂ ਪਿਛਲੇ ਦਿਨਾਂ ਵਿੱਚ ਵੀ ਸ਼ਬਦ ਪੜ੍ਹਿਆ ਸੀ, ਤਿੰਨ ਤਿਆਗੀ ਮਾਇਆ। ਭਗਤ ਰਹਿੰਦੇ ਸੰਸਾਰ ਦੇ ਵਿੱਚ ਹੀ ਨੇ, ਰਹਿੰਦੇ ਪਰਿਵਾਰ ਦੇ ਵਿੱਚ ਹੀ ਨੇ, ਪਰ ਆਪਣੇ ਜੀਵਨ ਵਿੱਚੋਂ ਮਾਇਆ ਦੇ ਮੋਹ ਨੂੰ ਤਿਆਗ ਦਿੰਦੇ ਆ। ਆਪਾਂ ਬੜੀ ਵਾਰੀ ਸ਼ਬਦ ਦੀ ਉਚਾਰਨ ਕੀਤਾ ਨਾ, ਬੜੀ ਵਾਰੀ ਸ਼ਬਦ ਦੀ ਵਿਆਖਿਆ ਕੀਤੀ ਹੈ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਪ੍ਰਭ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਸਤਿਗੁਰੂ ਜੀ ਕਹਿੰਦੇ ਜਿਵੇਂ ਜਲ ਵਿੱਚ ਰਹਿੰਦਾ ਹੋਇਆ ਕਮਲ ਦਾ ਫੁੱਲ ਨਿਰਲੇਪ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਰਹਿੰਦੇ ਹੋਏ ਤੁਸੀਂ ਸੰਸਾਰ ਦੇ ਮੋਹ ਤੋਂ ਨਿਰਲੇਪ ਰਹਿਣਾ। ਜਿਵੇਂ ਮਰਗਾਈ ਪਾਣੀ ਵਿੱਚ ਰਹਿੰਦੀ ਹੈ ਪਰ ਉਹਦੇ ਪੰਖ ਨਹੀਂ ਭਿੱਜਦੇ, ਇਸੇ ਤਰ੍ਹਾਂ ਸੰਸਾਰ ਵਿੱਚ ਰਹਿੰਦੇ ਹੋਇਆਂ ਤੁਸੀਂ ਮੋਹ ਦੇ ਚਿੱਕੜ ਤੋਂ, ਸੰਸਾਰ ਦੇ ਮੋਹ ਤੋਂ ਬਚ ਕੇ ਰਹਿਣਾ। ਪਰ ਭਗਤ ਜੀ ਕਹਿੰਦੇ ਮੋਹ ਤੋਂ ਬਚਦੇ ਉਹੀ ਹੈ ਜਿਹੜੇ ਪ੍ਰੇਮ ਦੇ ਨਾਲ ਪਰਮਾਤਮਾ ਦੀ ਭਗਤੀ ਕਰਦੇ ਹਨ। ਕਹਿ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾ ਸਿਉ ਕਹੀਐ। ਹੁਣ ਭਗਤ ਬਾਬਾ ਰਵਿਦਾਸ ਜੀ ਆਖਦੇ ਐ, ਕਹਿੰਦੇ ਹੇ ਮਾਧੋ, ਮੈਂ ਤੇਰੀ ਇੱਕ ਭਗਤੀ ਆਪਣੇ ਹਿਰਦੇ ਵਿੱਚ ਵਸਾ ਲਈ, ਮੈਂ ਤੇਰੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਿਆ, ਤਾਂ ਕਰਕੇ ਮੈਨੂੰ ਹੁਣ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ। ਭਾਵ ਨਾ ਹੁਣ ਮੈਂ ਸੰਸਾਰ ਦੇ ਮੋਹ ਵਿੱਚ ਕਦੇ ਡੁੱਬਾਂਗਾ ਤੇ ਨਾ ਹੁਣ ਮੈਨੂੰ ਇਹ ਮੇਰੇ ਅੰਦਰ ਗਿਲਾ ਰਹੀ। ਭਾਵ ਮੈਂ ਹੁਣ ਇਸ ਵਿਚਾਰ ਨੂੰ ਵੀ ਛੱਡ ਦਿੱਤਾ ਵੀ ਮੇਰੀ ਤੇਰੇ ਨਾਲ ਕੋਈ ਵੱਖਰੀ ਹਸਤੀ ਹੈ। ਤਾਂ ਕਰਕੇ ਭਗਤ ਜੀ ਕਹਿੰਦੇ ਕਹਿ ਰਵਿਦਾਸ ਭਗਤ ਇੱਕ ਵਾਢੀ, ਵਾਢੀ ਦਾ ਅਰਥ ਹੁੰਦਾ ਵਧਾਈ, ਦ੍ਰਿੜ ਕੀਤੀ ਹੋਈ। ਭਾਵ ਹੁਣ ਭਗਤ ਜੀ ਕਹਿੰਦੇ ਮੈਨੂੰ ਕਿਸੇ ਗੱਲ ਦੀ ਲੋੜ ਨਹੀਂ ਰਹਿ ਗਈ। ਭਾਵ ਹੁਣ ਮੈਂ ਸੰਸਾਰ ਤੋਂ ਉੱਪਰ ਉੱਠ ਕੇ ਤੇਰੇ ਚਰਨਾਂ ਦੇ ਨਾਲ ਜੁੜ ਗਿਆ। ਤਾਂ ਕਰਕੇ ਭਗਤ ਜੀ ਕਹਿੰਦੇ ਐ ਹੁਣ ਮੈਂ ਸੰਸਾਰ ਦੇ ਮੋਹ ਤੋਂ ਸੁਤੰਤਰ ਹੋ ਗਿਆ ਹਾਂ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੋਂ ਸਹੀਐ। ਹੁਣ ਭਗਤ ਜੀ ਕਹਿੰਦੇ ਜਿਸ ਕਾਰਨ, ਜਾ ਕਾਰਨ ਹੁੰਦਾ ਜਿਸ ਕਾਰਨ, ਹਮ ਤੁਮ ਆਰਾਧੇ, ਅਸੀਂ ਤੈਨੂੰ ਆਰਾਧਨਾ ਕੀਤਾ ਕਾਹਦੇ ਖਾਤਰ? ਇਸ ਮੋਹ ਤੋਂ ਬਚਣ ਦੇ ਲਈ, ਇਸ ਮੋਹ ਦੇ ਪ੍ਰਭਾਵ ਤੋਂ ਬਚਣ ਦੇ ਲਈ। ਹੇ ਮਾਲਕ, ਮੈਂ ਤੇਰਾ ਸਿਮਰਨ ਕੀਤਾ, ਉਸ ਮੋਹ ਦਾ ਦੁੱਖ ਹੁਣ ਮੈਨੂੰ ਸਹਾਰਨਾ ਨਹੀਂ ਪਏਗਾ। ਕਿਉਂਕਿ ਗੁਰਮੁਖੋ ਮੋਹ ਵੀ ਇੱਕ ਬਹੁਤ ਵੱਡਾ ਦੁੱਖ ਹੈ। ਜਦੋਂ ਮਨੁੱਖ ਮੋਹ ਦੇ ਵਿੱਚ ਲੁਭਾਏਮਾਨ ਹੋ ਜਾਂਦਾ ਹੈ, ਕੇਵਲ ਸੰਸਾਰ ਦੇ ਮੋਹ ਵਿੱਚ ਜਕੜਿਆ ਜਾਂਦਾ ਹੈ, ਉਸ ਵੇਲੇ ਮੋਹ ਦੇ ਅਧੀਨ ਹੋ ਕੇ ਮਨੁੱਖ ਜਿਹੜੇ ਕਰਮ ਕਰਦਾ ਹੈ, ਇਹਨਾਂ ਕਰਮਾਂ ਦੇ ਕਾਰਨ ਮਨੁੱਖ ਨੂੰ ਕਈ ਤਰ੍ਹਾਂ ਦੇ ਦੁੱਖ ਸਹਾਰਨੇ ਪੈਂਦੇ, ਕਈ ਤਰ੍ਹਾਂ ਦੀਆਂ ਮੁਸੀਬਤਾਂ ਮਨੁੱਖ ਦੇ ਜੀਵਨ ਵਿੱਚ ਆ ਜਾਂਦੀਆਂ ਨੇ। ਤਾਂ ਕਰਕੇ ਭਗਤ ਜੀ ਨੇ ਆਖਿਆ ਹੇ ਮਾਲਕ, ਜਿਸ ਮੋਹ ਤੋਂ ਬਚਣ ਦੇ ਲਈ ਮੈਂ ਤੇਰਾ ਸਿਮਰਨ ਕਰ ਰਿਹਾ, ਉਹ ਮੋਹ ਦਾ ਦੁੱਖ ਹੁਣ ਮੈਨੂੰ ਨਹੀਂ ਸਹਾਰਨਾ ਪਏਗਾ। ਹੁਣ ਮੈਂ ਇਸ ਮੋਹ ਦੇ ਚਿੱਕੜ ਤੋਂ, ਮੋਹ ਦੇ ਦੁੱਖ ਤੋਂ ਬਚ ਗਿਆ, ਕਿਉਂਕਿ ਹੁਣ ਮੇਰੇ ਅੰਦਰ ਇਸ ਮੋਹ ਦਾ ਨਿਸ਼ਾਨ ਤੱਕ ਨਹੀਂ ਰਿਹਾ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵਿਕੇ। ਹੁਣ ਗੁਰਮੁਖੋ ਜਦੋਂ ਅਸੀਂ ਮਨੁੱਖਾ ਜੀਵਨ ਦੀ ਗੱਲ ਕਰਦੇ ਆ ਨਾ, ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਸਾਨੂੰ ਮਨੁੱਖਾ ਜੀਵਨ ਦੀ ਸ੍ਰੇਸ਼ਟਤਾ ਦੱਸੀ ਹੈ ਵੀ ਮਨੁੱਖਾ ਜੀਵਨ ਕਿੰਨਾ ਸ੍ਰੇਸ਼ਟ ਹੈ, ਮਨੁੱਖਾ ਜੀਵਨ ਕਿੰਨਾ ਕੀਮਤੀ। ਆਪਾਂ ਭਗਤ ਜੀ ਦਾ ਸ਼ਬਦ ਬੜੀ ਵਾਰੀ ਵਿਚਾਰੇ ਹੈ। ਭਗਤ ਬਾਬਾ ਕਬੀਰ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਵਾਰੈ ਬਾਰ, ਜਉ ਬਨ ਫਲ ਪਾਕੇ ਭੋਏ ਗਿਰੈ, ਬਹੁਖੁਰ ਨਾ ਲਾਗੈ ਡਰ। ਮਨੁੱਖਾ ਜਨਮ ਕਿੰਨਾ ਕੀਮਤੀ ਹੈ। ਵੈਸੇ ਮੈਂ ਬੇਨਤੀ ਕਰਾਂ ਗੁਰਮੁਖੋ, ਜਿਹੜਾ ਮਨਮੁਖ ਬੰਦਾ ਹੈ ਨਾ, ਗੁਰੂ ਦੀ ਮੱਤ ਤੋਂ ਵਾਂਝਾ ਹੈ,
ਇਹਨੂੰ ਕੀਮਤੀ ਮਨੁੱਖਾ ਜਨਮ ਦੀ ਵੀ ਸਾਰ ਨਹੀਂ ਹੈ। ਇਹਨੂੰ ਮਨੁੱਖਾ ਜੀਵਨ ਦੀ ਕੀਮਤ ਨਹੀਂ ਪਤਾ। ਨਹੀਂ ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਭਾਵ ਜਿਹੜੀ ਮਨੁੱਖਾ ਜੀਵਨ ਹੈ ਨਾ, ਮਨੁੱਖਾ ਦੇਹੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੂੰ ਪ੍ਰਾਪਤ ਕਰਨ ਵਾਸਤੇ ਤੇ ਦੇਵੀ ਦੇਵਤਿਆਂ ਦੀ ਵੀ ਦੌੜ ਲੱਗੀ ਹੋਈ ਹੈ। ਉਹ ਵੀ ਚਾਹੁੰਦੇ ਆ ਵੀ ਇਸ ਸ੍ਰੇਸ਼ਟ ਜਨਮ ਨੂੰ ਧਾਰਨ ਕਰਕੇ ਅਸੀਂ ਸੰਸਾਰ ਤੋਂ ਬੰਧਨਾਂ ਤੋਂ ਮੁਕਤ ਹੋ ਸਕੀਏ। ਪਰ ਸਤਿਗੁਰੂ ਜੀ ਕਹਿੰਦੇ, ਭਾਈ ਮਨੁੱਖਾ ਜਨਮ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਤਾਂ ਹੀ ਤੇ ਸਤਿਗੁਰੂ ਜੀ ਕਹਿੰਦੇ, ਜੇ ਤੈਨੂੰ ਪਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਨਾ, ਤਾਂ ਹੀ ਤੇਰਾ ਸੰਸਾਰ ਵਿੱਚ ਆਉਣਾ ਹੋਇਆ। ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗ ਤੋਂ ਪਾਇਆ। ਮਾਲਕ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜਿੰਦ ਟਿਕਾ ਕੇ, ਆਪਣੀ ਜੋਤ ਪੈਦਾ ਕਰਕੇ ਤੈਨੂੰ ਸੰਸਾਰ ਤੇ ਭੇਜਣਾ ਕੀਤਾ ਹੈ। ਪਰ ਸਤਿਗੁਰੂ ਜੀ ਕਹਿੰਦੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ, ਸੋ ਦੇਹੀ ਭਜ ਹਰ ਕੀ ਸੇਵ। ਪਰ ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਤੈਨੂੰ ਜਨਮ ਦੀ ਪ੍ਰਾਪਤੀ ਹੋ ਗਈ ਨਾ, ਜਿਹੜਾ ਮਨੁੱਖਾ ਜਨਮ ਬੜਾ ਕੀਮਤੀ ਹੈ, ਜਿਹੜਾ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਇੱਕ ਕੰਮ ਕਰਿਆ ਕਰ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਪਰਮਾਤਮਾ ਦਾ ਸਿਮਰਨ ਕਰਿਆ ਕਰ, ਮਨੁੱਖਾ ਜੀਵਨ ਦਾ ਇਹੀ ਲਾਹਾ ਹੈ। ਆਪਾਂ ਪਿਛਲੇ ਦਿਨਾਂ ਵਿੱਚ ਵੀ ਸ਼ਬਦ ਵਿਚਾਰਿਆ ਸੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਅਮੋਲਕ ਦਾ ਅਰਥ ਹੁੰਦਾ ਜਿਹੜਾ ਬੜਾ ਕੀਮਤੀ ਹੈ, ਬੇੜਾ ਬੜੀ ਮੁਸ਼ਕਲ ਦੇ ਨਾਲ ਮਿਲਿਆ, ਜਿਹੜਾ ਬੜਾ ਦੁਰਲੱਭ ਹੈ, ਜਿਸ ਜੀਵਨ ਦੇ ਬਰਾਬਰ ਕਿਸੇ ਵੀ ਜੀਵਨ ਦੀ ਕੀਮਤ ਨਹੀਂ ਹੈ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਗੁਰਮੁਖੋ, ਪਰਮਾਤਮਾ ਨੇ ਬੜੀਆਂ ਜੂਨਾਂ ਪੈਦਾ ਕੀਤੀਆਂ ਨੇ। ਹਰ ਇੱਕ ਜੂਨ ਦੇ ਅੰਦਰ ਪਰਮਾਤਮਾ ਨੇ ਆਪਣੀ ਸ਼ਕਤੀ ਟਿਕਾਈ ਹੈ, ਆਪਣੀ ਜੋਤ ਟਿਕਾਈ ਹੈ। ਪਰ ਮਾਲਕ ਪਰਮਾਤਮਾ ਨੇ ਸਾਰੀਆਂ ਜੂਨਾਂ ਤੋਂ ਸ਼੍ਰੋਮਣੀ ਬਣਾਇਆ ਮਨੁੱਖ ਨੂੰ। 84 ਲੱਖ ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਹੁਣ ਤੁਸੀਂ ਕਹੋਗੇ ਵੀ ਮਨੁੱਖ ਬਾਕੀ ਜੂਨਾਂ ਦੇ ਨਾਲੋਂ ਸ੍ਰੇਸ਼ਟ ਕਿਵੇਂ ਹੈ? ਕਿਉਂਕਿ ਗੁਰਮੁਖੋ, ਮਨੁੱਖ ਨੂੰ ਪਰਮਾਤਮਾ ਨੇ ਬੁੱਧੀ ਦੀ ਦਾਤ ਦਿੱਤੀ ਹੈ। ਜਿਹੜੀ ਬੁੱਧੀ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਨਾ, ਇੱਦਾਂ ਦੀ ਬੁੱਧੀ, ਇੱਦਾਂ ਦੀ ਸਮਝ ਕਿਸੇ ਵੀ ਜੀਵ ਕੋਲ ਨਹੀਂ ਹੈ। ਤਾਂ ਕਰਕੇ ਸਤਿਗੁਰੂ ਜੀ ਨੇ ਆਖਿਆ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਅਬਰ ਜੂਨ ਤੇਰੀ ਪਨਿਹਾਰੀ। ਆਖਿਆ ਤੂੰ ਸਾਰੀ ਧਰਤੀ ਦਾ ਸਰਦਾਰ ਹੈ, ਤੇ ਬਾਕੀ ਦੀਆਂ ਜੂਨਾਂ ਤੇਰਾ ਪਾਣੀ ਭਰਦੀਆਂ ਨੇ, ਨਹੀਂ ਭਰ ਰਹੀਆਂ। ਅੱਜ ਦੱਸੋ ਕਿਹੜੀ ਜੂਨ ਹੈ ਜਿਹੜੀ ਮਨੁੱਖ ਦੇ ਅਧੀਨ ਨਹੀਂ ਹੈ? ਹਰ ਇੱਕ ਚੀਜ਼ ਮਨੁੱਖ ਦੇ ਵੱਸ ਵਿੱਚ ਹੈ। ਤਾਂ ਕਰਕੇ ਸਤਿਗੁਰੂ ਜੀ ਨੇ ਆਖਿਆ, ਮਨੁੱਖਾ ਜਨਮ ਸਾਰਿਆਂ ਤੋਂ ਸ੍ਰੇਸ਼ਟ ਹੈ। ਪਰ ਇੱਕ ਗੱਲ ਚੇਤੇ ਰੱਖੀ, ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਇਸ ਜਨਮ ਨੂੰ ਅਜਾਈ ਨਾ ਗਵਾ ਦੇਂ। ਇਹ ਜਨਮ ਤੇਰਾ ਕਿਤੇ ਐਵੇਂ ਨਾ ਚਲਿਆ ਜਾਏ। ਤੇ ਸਤਿਗੁਰੂ ਜੀ ਨੇ ਆਖਿਆ, ਜੇ ਪਰਮਾਤਮਾ ਦਾ ਸਿਮਰਨ ਨਾ ਕੀਤਾ ਨਾ, ਤਾਂ ਸਮਝ ਲਈ ਤੇਰਾ ਮਨੁੱਖਾ ਜੀਵਨ ਬਿਰਥ ਚਲਿਆ ਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਆਕਾਰਥ ਦਾ ਅਰਥ ਹੁੰਦਾ ਵਿਅਰਥ। ਭਾਵ ਜਿਸ ਮਕਸਦ ਲਈ ਇਹ ਮਨੁੱਖਾ ਜਨਮ ਮਿਲਿਆ ਸੀ ਨਾ, ਤੇ ਸਤਿਗੁਰੂ ਜੀ ਕਹਿੰਦੇ ਉਸ ਮਕਸਦ ਦੀ ਪ੍ਰਾਪਤੀ ਵਾਲੇ ਪਾਸੇ ਤਾਂ ਤੂੰ ਚੱਲੇ ਹੀ ਨਹੀਂ। ਆਪਾਂ ਬੜੀ ਵਾਰੀ ਬੇਨਤੀ ਕੀਤੀ ਹੈ ਨਾ ਵੀ ਇਹ ਜਿਹੜਾ ਮਨੁੱਖਾ ਜੀਵਨ ਦਾ ਮਕਸਦ ਹੈ, ਇਹ ਤਾਂ ਹੀ ਪੂਰਾ ਹੋਏਗਾ ਜੇ ਅਸੀਂ ਮਾਲਕ ਪਰਮਾਤਮਾ ਦੇ ਰਸਤੇ 'ਤੇ ਚੱਲਾਂਗੇ। ਤੇ ਇਹ ਕਾਰਜ ਦੇ ਲਈ ਸਾਨੂੰ ਆਪ ਖੁਦ ਨੂੰ ਯਤਨ ਕਰਨਾ ਪਏਗਾ। ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਖੈਰ ਆਪਾਂ ਸਮਾਪਤੀ ਵਾਲੇ ਬੰਨੇ ਚੱਲੀਏ। ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਅਮੋਲਕ ਜਿਹੜਾ ਬੜੀ ਮੁਸ਼ਕਲ ਦੇ ਨਾਲ ਮਿਲਿਆ, ਤੇ ਸਤਿਗੁਰੂ ਜੀ ਕਹਿੰਦੇ ਪਾ ਤੇ ਲਿਆ, ਤੈਨੂੰ ਮਿਲ ਤੇ ਗਿਆ, ਬਿਰਥਾ ਕਾਹੇ ਗਵਾਵੋ। ਕਹਿੰਦੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਇਹਨੂੰ ਕਿਤੇ ਅਜਾਈ ਨਾ ਗਵਾ ਲਈ, ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਜਨਮ ਤੈਨੂੰ ਵਾਰ-ਵਾਰ ਨਹੀਂ ਮਿਲੇਗਾ। ਆਓ ਆਪਾਂ ਸਾਰੇ ਸ਼ਬਦ ਗਾ ਕੇ ਪੜ੍ਹੀਏ, ਤਾਂ ਜੋ ਧੁਰ ਸਾਡੇ ਹਿਰਦੇ ਤੱਕ ਇਹ ਗੱਲ ਚਲੀ ਜਾਏ
ਕਿ ਇਹ ਮਨੁੱਖਾ ਜੀਵਨ ਸਾਨੂੰ ਮਿਲਿਆ ਕਾਹਦੇ ਲਈ ਹੈ। ਗੋਬਿੰਦ ਕੀ ਗੁਣ ਗਾਵੋ ਸਾਧੋ, ਗੋਬਿੰਦ ਕੀ ਗੁਣ ਗਾਵੋ, ਗੋਬਿੰਦ ਕੀ ਗੁਣ ਗਾਵੋ ਸਾਧੋ, ਗੋਬਿੰਦ ਕੀ ਗੁਣ ਗਾਵੋ। ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ। ਗੋਬਿੰਦ ਕੀ ਗੁਣ ਗਾਵੋ ਸਾਧੋ, ਗੋਬਿੰਦ ਕੀ ਗੁਣ ਗਾਵੋ, ਗੋਬਿੰਦ ਕੀ ਗੁਣ ਗਾਵੋ ਸਾਧੋ, ਗੋਬਿੰਦ ਕੀ ਗੁਣ ਗਾਵੋ। ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ। ਬਿਰਤਾ ਕਾਹੇ ਗਵਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ। ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐ, ਮਾਲਕ ਨੇ ਕਿਰਪਾ ਕੀਤੀ, ਤੁਹਾਨੂੰ ਇਹ ਕੀਮਤੀ ਜਨਮ ਮਿਲ ਗਿਆ, ਪਰ ਸਤਿਗੁਰੂ ਜੀ ਕਹਿੰਦੇ ਇਹ ਜਨਮ ਸਫਲ ਤਾਂ ਹੋਏਗਾ ਜੇ ਉਸ ਮਾਲਕ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋਗੇ, ਜੇ ਪਰਮਾਤਮਾ ਦੀ ਸਿਫਤ ਸਲਾਹ ਕਰੋਗੇ। ਨਹੀਂ ਤੇ ਸਤਿਗੁਰੂ ਜੀ ਕਹਿੰਦੇ ਬਿਰਥਾ ਕਾਹੇ ਗਵਾਵੋ, ਕਿਤੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਨਾ ਗਵਾ ਲਿਓ, ਕਿਤੇ ਐਵੇਂ ਨਾ ਚਲਿਆ ਜਾਏ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਕੌਡੀਆਂ ਦਾ ਵਪਾਰੀ ਹੋਵੇ ਤੇ ਉਹਨੂੰ ਕਦੇ ਹੀਰਿਆਂ ਦੀ ਕਦਰ ਨਹੀਂ ਹੁੰਦੀ। ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇੱਥੇ ਰਹਿਣ ਦਾ ਭਾਵ ਇੱਕ ਰਾਤ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਮਨਮੁਖ ਬੰਦਾ ਮੋਹ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਆਪਣੀ ਮਨੁੱਖਾ ਜੀਵਨ ਦੀ ਸਾਰੀ ਰਹਿਣ ਹੀ ਗਵਾ ਦਿੰਦਾ ਹੈ। ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਹੀਰਿਆਂ ਵਰਗਾ ਕੀਮਤੀ ਮਨੁੱਖਾ ਜਨਮ ਸੀ, ਜਿਸ ਜੀਵਨ ਦੀ ਕੋਈ ਕੀਮਤ ਹੀ ਨਹੀਂ ਦੇਖ ਸਕਦਾ। ਅੱਜ ਆਪਾਂ ਵੇਖਦੇ ਹਾਂ ਨਾ ਵੀ ਮਨੁੱਖ ਨੂੰ ਇੱਕ ਸਾਹ ਵੀ ਮੁੱਲ ਨਹੀਂ ਮਿਲਦਾ, ਭਾਵੇਂ ਮਨੁੱਖ ਕਰੋੜਾਂ ਰੁਪਈਏ ਦੇ ਬੰਨੇ ਬਦਲੇ ਕਿਉਂ ਨਾ ਰੱਖਦੇ। ਅੱਜ ਡਾਕਟਰ ਬੰਦੇ ਨੂੰ ਬਚਾ ਨਹੀਂ ਪਾਉਂਦੇ। ਅੱਜ ਵੀ ਇੱਕ ਬਹੁਤ ਦੁਖਦਾਈ ਜਿਹੜੀ ਹੈ ਖਬਰ ਜਿਹੜੀ ਆਈ ਹੈ, ਜਿਹੜੇ ਬਾਬਾ ਛੋਟਾ ਸਿੰਘ ਜਿਹੜੇ ਹੈ ਉਹ ਚੜ੍ਹਾਈ ਕਰ ਗਏ ਕਰੋਨੇ ਨਾਲ। ਕਹਿਣ ਤੋਂ ਭਾਵ ਵੀ ਜਦੋਂ ਮਨੁੱਖ 'ਤੇ ਮੌਤ ਆਉਂਦੀ ਹੈ ਨਾ, ਫਿਰ ਉਸ ਵੇਲੇ ਮਨੁੱਖ ਉਸ ਜਾਨ ਦੇ ਬਦਲੇ ਜਿੰਨੀ ਮਰਜ਼ੀ ਧਨ ਦੌਲਤ ਰੱਖਦੇ, ਪਰ ਮਨੁੱਖ ਨੂੰ ਉਹ ਜ਼ਿੰਦਗੀ ਨਹੀਂ ਮਿਲਦੀ। ਤਾਂ ਹੀ ਭਗਤ ਜੀ ਨੇ ਆਖਿਆ ਸੀ, ਬਹੁਰ ਨਾ ਲਾਗੈ ਡਾਰ, ਜੇ ਇੱਕ ਵਾਰੀ ਮਨੁੱਖਾ ਜੀਵਨ ਦਾ ਇਹ ਫਲ ਟੁੱਟ ਗਿਆ ਨਾ, ਮੁੜ ਕੇ ਭਗਤ ਜੀ ਕਹਿੰਦੇ ਇਹ ਮਨੁੱਖਾ ਜਨਮ ਦੀ ਤੈਨੂੰ ਪ੍ਰਾਪਤੀ ਨਹੀਂ ਹੋਏਗੀ। ਕਬੀਰ ਮਾਨਸ ਜਨਮ ਦੁਲੱਭ ਹੈ, ਹੋਏ ਨਾ ਬਾਰੈ ਬਾਰ, ਜਉ ਬਨ ਫਲ ਪਾ ਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਆਖਿਆ ਜਿਵੇਂ ਇੱਕ ਪੱਕਿਆ ਹੋਇਆ ਫਲ ਦਰਖਤ ਦੀ ਟਾਹਣੀ ਨਾਲ ਟੁੱਟ ਜਾਂਦਾ, ਮੁੜ ਕੇ ਟਾਹਣੀ ਨਾਲ ਨਹੀਂ ਲੱਗਦਾ, ਇਸੇ ਤਰ੍ਹਾਂ ਜੇ ਮਨੁੱਖਾ ਜੀਵਨ ਚਲਿਆ ਗਿਆ, ਇਹਦੀ ਤੈਨੂੰ ਮੁੜ ਕੇ ਪ੍ਰਾਪਤੀ ਨਹੀਂ ਹੋਏਗੀ। ਹੁਣ ਭਗਤ ਜੀ ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ। ਕਹਿੰਦੇ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ। ਹੋ ਸਕਦਾ ਤੈਨੂੰ ਪਿਛਲੇ ਜੀਵਨ ਦੇ ਕੁਝ ਕੀਤੇ ਹੋਏ ਚੰਗੇ ਕਰਮਾਂ ਦੇ ਬਦਲੇ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੋਵੇ, ਪਰ ਭਗਤ ਜੀ ਕਹਿੰਦੇ ਬਿਰਥਾ ਜਾਤ ਅਵਵੇਕੈ। ਅਵਵੇਕੇ ਦਾ ਭਾਵ ਹੈ ਅਜਾਣ ਪੁਣੇ ਵਿੱਚ, ਬੇਸਮਝੀ ਵਿੱਚ। ਕਿਉਂਕਿ ਗੁਰਮੁਖੋ ਜਿਹਨੂੰ ਮਨੁੱਖਾ ਜੀਵਨ ਦੀ ਕੀਮਤ ਨਹੀਂ ਪਤਾ, ਉਹ ਮਨੁੱਖ ਆਪਣੀ ਜ਼ਿੰਦਗੀ ਨੂੰ ਅਜਾਈ ਗਵਾ ਰਿਹਾ, ਪਤਾ ਨਹੀਂ ਕਿਹੜੇ ਬੰਨੇ ਲੱਗਿਆ ਹੋਇਆ।
ਤੇ ਅੱਗੇ ਭਗਤ ਜੀ ਬੜਾ ਸੋਹਣਾ ਕਥਨ ਕਰਦੇ ਹਨ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਹੁਣ ਭਗਤ ਜੀ ਕਹਿੰਦੇ ਐ, ਜੇ ਕਿਸੇ ਮਨੁੱਖ ਕੋਲ ਰਾਜੇ ਇੰਦਰ ਵਰਗਾ ਗ੍ਰਹਿ ਆਸਨ ਵੀ ਹੋਵੇ, ਹੁਣ ਮੰਨਿਆ ਜਾਂਦਾ ਨਾ ਵੀ ਰਾਜ ਇੰਦਰ ਜਿਹੜਾ ਸੀ ਸਵਰਗ ਦਾ ਰਾਜਾ ਸੀ। ਵੈਸੇ ਮੈਂ ਬੇਨਤੀ ਕਰਾਂ, ਸਤਿਗੁਰਾਂ ਦੀ ਬਾਣੀ ਇਹਦੇ ਨਾਲ ਸਹਿਮਤ ਨਹੀਂ ਹੈ। ਸਤਿਗੁਰੂ ਜੀ ਨੇ ਸਿਰਫ ਇੱਕ ਉਦਾਹਰਣਾ ਵਰਤੀ ਹੈ, ਕਿਤੇ ਤੁਸੀਂ ਮੰਨ ਕੇ ਬਹਿ ਜਾਓ ਵੀ ਇੰਦਰ ਰਾਜਾ ਕੋਈ ਵੱਖਰਾ ਹੈ। ਮੰਨੇ ਜਾਂਦੇ ਨਾ ਵੀ ਇੰਦਰ ਰਾਜਾ ਬਰਖਾ ਪਵਾਉਂਦਾ ਜੀ, ਫਲਾਨਾ ਜੀ। ਨਹੀਂ, ਸਤਿਗੁਰੂ ਜੀ ਨੇ ਇੱਕ ਉਦਾਹਰਣਾ ਵਰਤੀ ਹੈ ਵੀ ਜਿਹਨੂੰ ਇੰਦਰ ਦਾ ਰਾਜਾ ਮੰਨਿਆ ਜਾਂਦਾ ਹੈ ਨਾ, ਸਵਰਗ ਦਾ ਰਾਜਾ ਮੰਨਿਆ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹਦੇ ਕੋਲ ਬੜੇ ਕੀਮਤੀ ਆਸਨ ਸਨ ਜਿਨ੍ਹਾਂ ਤੇ ਉਹ ਆਰਾਮ ਕਰਦਾ ਸੀ। ਤੇ ਸਤਿਗੁਰੂ ਜੀ ਕਹਿੰਦੇ, ਬੰਦਿਆ, ਜੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੈਨੂੰ ਰਾਜੇ ਇੰਦਰ ਵਰਗੇ ਵੀ ਆਸਨ ਮਿਲ ਜਾਣ, ਤੇ ਸਤਿਗੁਰੂ ਜੀ ਕਹਿੰਦੇ ਐ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਵੀ ਕਿਸੇ ਕੰਮ ਨਹੀਂ ਹੈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਸਮਸਰ ਦਾ ਅਰਥ ਹੁੰਦਾ ਬਰਾਬਰ, ਉਹਦੇ ਵਰਗੇ। ਸਤਿਗੁਰੂ ਜੀ ਕਹਿੰਦੇ ਅਸਾਂ ਕਦੇ ਸੋਚੇ ਹੀ ਨਹੀਂ ਵੀ ਜੇ ਪ੍ਰਭੂ ਦੀ ਭਗਤੀ ਤੋਂ ਵਾਂਝਿਆ ਰਹਿ ਕੇ ਦੇਵਤਿਆਂ ਦੇ ਰਾਜੇ ਮੰਨਣ ਜਾਣ ਵਾਲੇ ਇੰਦਰ ਦੇ ਸਵਰਗ ਰਾਜੇ ਵਰਗੇ ਮੜੀਆਂ ਸਾਨੂੰ ਵਾਹਿਗੁਰੂ ਉਹਦੇ ਵਰਗੇ ਕੀਮਤੀ ਮਹਿਲ ਸਾਨੂੰ ਪ੍ਰਾਪਤ ਹੋ ਜਾਣ, ਪਰ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਮੜੀਆਂ, ਇਹ ਕੀਮਤੀ ਮਹੱਲ ਵੀ ਕਿਸੇ ਕੰਮ ਨਹੀਂ। ਕਿਉਂਕਿ ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸਈ ਅਸ ਤਿਲ ਸੋਨ ਚੁਬਾਰੇ। ਜਿੱਥੇ ਨਾਮ ਨ ਜਪੀਐ ਮੇਰੇ ਗੋਵਿੰਦਾ, ਸਈ ਨਗਰ ਉਜਾੜੀ ਜਿਓ। ਤੇ ਸਤਿਗੁਰੂ ਜੀ ਨੇ ਜੈਤਸਰੀ ਵਾਰ ਵਿੱਚ ਕਥਨ ਕੀਤਾ, ਕਹਿੰਦੇ ਜੇ ਕੋਈ ਮਨੁੱਖ ਸਵਰਗ ਵਰਗੇ ਚੰਗੇ ਦੇਸ਼ਾਂ ਦੇ ਵਿੱਚ ਵੀ ਵਸਦਾ ਹੋਵੇ, ਪਰ ਜੇ ਪਰਮਾਤਮਾ ਦੇ ਨਾਮ ਨੂੰ ਭੁਲਾ ਦੇਵੇ, ਸਮਝ ਲਓ ਉਹ ਮਨੁੱਖ ਉਜਾੜਾਂ ਵਿੱਚ ਭੜਕਦਾ ਪਿਆ ਹੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਹੁਣ ਭਗਤ ਜੀ ਕਹਿੰਦੇ ਅਸੀਂ ਜੀਵਾਂ ਦੇ ਅੰਦਰ ਮਾਇਆ ਦਾ ਐਸਾ ਮੋਹ ਪੈਦਾ ਹੋ ਗਿਆ, ਮਾਇਆ ਦਾ ਐਸਾ ਪਿਆਰ ਪੈਦਾ ਹੋ ਗਿਆ ਕਿ ਅਸੀਂ ਉਸ ਜਗਤ ਦੇ ਮਾਲਕ ਪਰਮਾਤਮਾ ਦੇ ਨਾਮ ਰਸ ਨੂੰ, ਆਨੰਦ ਨੂੰ ਜਾਣੇ ਹੀ ਨਹੀਂ। ਸਾਨੂੰ ਪਤਾ ਹੀ ਨਹੀਂ ਹੈ ਵੀ ਨਾਮ ਦਾ ਰਸ ਕੀ ਹੈ। ਪਰ ਅੱਗੇ ਭਗਤ ਜੀ ਦੱਸਦੇ ਆ, ਭਾਈ ਜਿਨ੍ਹਾਂ ਨੂੰ ਨਾਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਉਹਨਾਂ ਦੇ ਜੀਵਨ ਵਿੱਚੋਂ ਬਾਕੀ ਸਾਰੇ ਜਿਹੜੇ ਰਸ ਹੈ ਉਹ ਖਤਮ ਹੋ ਜਾਂਦੇ ਹਨ। ਜਿਹ ਰਸ ਅਨ ਰਸ ਬੀਸਰ ਜਾਹੀ। ਹੁਣ ਭਗਤ ਜੀ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ ਨਾਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਪਰਮਾਤਮਾ ਦੇ ਨਾਮ ਦਾ ਰਸ ਮਾਣ ਲੈਂਦੇ ਹੈ, ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਜਿੰਨਾ ਟਾਈਮ ਅਸੀਂ ਸੰਸਾਰ ਦੇ ਰਸਾਂ ਨੂੰ ਨਹੀਂ ਛੱਡਾਂਗੇ, ਉਹਨਾਂ ਟਾਈਮ ਸਾਨੂੰ ਨਿਰੰਕਾਰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਏਗਾ। ਸਤਿਗੁਰੂ ਜੀ ਕਹਿੰਦੇ ਇਹ ਰਸ ਸਾਡੇ, ਉਹ ਰਸ ਆਵਾ, ਉਹ ਰਸ ਪੀਆ ਬਹੁਰ ਨਾ ਪਾਵਾਂ। ਭਾਈ ਜਿੰਨਾ ਟਾਈਮ ਮਨੁੱਖ ਸੰਸਾਰ ਦੇ ਰਸਾਂ ਵਿੱਚ ਲੁਭਾਏਮਾਨ ਹੋ ਕੇ ਬੈਠਾ, ਆਪਾਂ ਸ਼ਬਦ ਪੜ੍ਹਦੇ ਆ ਨਾ, ਰਸ ਸੋਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਪਰ ਸਤਿਗੁਰੂ ਜੀ ਨੇ ਆਖਿਆ ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਜਦੋਂ ਮਨੁੱਖ ਇਹਨਾਂ ਰਸਾਂ ਕਸਾਂ ਵਿੱਚ ਪਿਆ ਰਹੇਗਾ ਨਾ, ਉਹਨੂੰ ਕਦੇ ਵੀ ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਏਗੀ। ਪਰ ਭਗਤ ਜੀ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ ਨਾ, ਉਹਨਾਂ ਦੇ ਜੀਵਨ ਵਿੱਚੋਂ ਬਾਕੀ ਫਿਰ ਜਿਹੜੇ ਰਸ ਨੇ ਉਹਨਾਂ ਦਾ ਪ੍ਰਭਾਵ ਖਤਮ ਹੋ ਗਿਆ। ਭਾਵ ਜਿਨ੍ਹਾਂ ਨੇ ਇੱਕ ਵਾਰੀ ਨਾਮ ਦਾ ਰਸ ਚੱਖ ਲਿਆ ਨਾ, ਉਹਨਾਂ ਨੂੰ ਫਿਰ ਸੰਸਾਰ ਦੇ ਰਸ ਜਿਹੜੇ ਹੈ ਉਹ ਫਿੱਕੇ ਲੱਗਣ ਲੱਗ ਪੈਂਦੇ ਹੈ। ਆਓ ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਨ, ਕਦੇ ਅਸੀਂ ਵੀ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ, ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਨਾਮ ਰਸ ਨੂੰ ਪ੍ਰਾਪਤ ਕਰ ਸਕੀਏ, ਜਿਹਦੇ ਨਾਲ ਸਾਡੇ ਜੀਵਨ ਦੀ ਤ੍ਰਿਪਤੀ ਹੋਵੇ। ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੇ। ਆਪ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਨੀ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ
ਗੁਰਬਾਣੀ ਗੁਰਮਤਿ ਦੀ ਰੋਸ਼ਨੀ ਵਿੱਚ ਰਹਿੰਦੇ ਹੋਏ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੀਏ। ਆਓ ਆਪ ਜੀ ਇਸੇ ਤਰ੍ਹਾਂ ਪਿਆਰ ਦੇ ਨਾਲ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੋ ਜੀ। ਭੁੱਲਾਂ ਮੇਰੀਆਂ ਜਾਣ ਕੇ ਮੇਰੀ ਝੋਲੀ ਵਿੱਚ ਪਾ ਦੇਣੀਆਂ, ਬਚਨ ਸਤਿਗੁਰੂ ਜੀ ਦੇ ਜਾਣ ਕੇ ਹਿਰਦੇ ਵਿੱਚ ਵਸਾ ਲੈਣੇ। ਆਓ ਆਪਾਂ ਫਤਿਹ ਬੁਲਾਈਏ, ਸਾਰੇ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।